नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण ज्ञान है माणक भगत बैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर एकंकारा सतगुरु ते प्रसाद सच होए वाहिगुरु जी की फतेह विघ्न विनाशन सोए एकंकारा सतगुरु ते प्रसाद सच होए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा मक्खन कर इशनान को दर्शन परसन कीना पुण्य कराए अरदास को चलियो सो मत्ती परबीना मक्खन कर इशनान को वाहिगुरु जी का खालसा वाहिगुरु जी की फतेह। परम सन्मान जोग चबर छत्र तख्त दे मालक गुरता गदी दे तख्त ते सुभाए मान प्रगट प्रतख हरि दा रूप धन धन श्री गुरु ग्रंथ साहिब महाराज जी दी परम पवित्र सत संगत हजूरी दे अंदर धन धन साहिब सतगुरु श्री गुरु तेग बहादुर साहिब महाराज जी दे महान पावन पवित्र बंदगी अस्थान गुरुद्वारा श्री भोरा साहिब जी की यात्रा कर रहे महाराज के अस्थानों ते हाजरियां भर रहे गुरु प्यारे खालसा साध संगत जी सतगुरु महाराज जी की अपार बख्शिश कृपालता हुई है जो ऐतवार के दिहाड़े आप संगतां ने महाराज के अस्थानों ते हाजरियां भरियां ने दर्शन दीदारे कर रहे हो। पिछले पैर दे दीवान सजे हुए हैं गुरबाणी दे कीर्तन आप जी ने सरवण कीते ने गुर इतिहास की कथा विचार का समा होया है जिस विच गुरु तेग बहादुर साहिब महाराज की जीवन की कथा सिख संगतां शरधा भावना दे नाल सरवण कर रही ने। पिछले समय दौरान इथों तक प्रसंग सरवण किया कि धन गुरु तेग बहादुर साहिब जी महाराज जदों भाई मखण शाह के कहण ते बेनती करन ते बाबा बकाला साहिब तो चल के गोंदवाल साहिब दे इशनान करके खडूर साहिब की यात्रा करके तरन तारण साहिब दर्शन दीदारे करके जदों हरमंदिर साहिब के दर्शन करन नावें पातशाह पहुँचे सतगुरु महाराज का आया सुन करके हरमंदिर साहिब के जिहड़े प्रबंधक पुजारी मसंद सन उन्होंने बाहर दर्शनी ड्यूड़ी का दरवाज़ा बंद करके वड्डा सारा जंदरा लाता ताकि महाराज साहिब जी इत्थे आके अपना कोई दावा ना करने इन्हों लोभ लालच सी पदार्थों का भी अगे चढ़ावा सारा असी सामते हैं। विसाखी का जोड़ मेला आया,
ਇਹ ਨਾ ਹੋਵੇ ਵੀ ਇਹ ਆਖਣ ਵੀ ਅਸੀਂ ਗੁਰੂ ਹੈ ਵੀ ਸਾਨੂੰ ਦੋ ਸਾਰਾ ਕੁਝ। ਮਹਾਰਾਜ ਤਾਂ ਦਰਸ਼ਨ ਕਰਨ ਹੀ ਆਏ ਸਨ। ਸਤਿਗੁਰੂ ਕਹਿਣ ਲੱਗੇ, ਵੇਖਿਆ ਮੱਖਣ ਸ਼ਾਹ ਇਹਨਾਂ ਮਸੰਦਾਂ ਦੀ ਕਰਤੂਤ ਨੂੰ, ਕਿੰਨਾ ਵੱਡਾ ਇਹਨਾਂ ਨੇ ਵੇਖ ਕਰਮ ਕੀਤਾ ਹੈ। ਵੀ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਹਰਿਮੰਦਰ ਸਾਹਿਬ ਦੇ ਵਿੱਚੋਂ ਵੇਖ ਕੀਰਤਨ ਦੀ ਆਵਾਜ਼ ਵੀ ਨਹੀਂ ਆ ਰਹੀ। ਗੁਰਬਾਣੀ ਦੇ ਸ਼ਬਦ ਕੀਰਤਨ ਬੰਦ ਕਰਤੇ ਨੇ, ਦਰਵਾਜ਼ੇ ਬੰਦ ਕਰ ਦਿੱਤੇ ਤਾਂ ਕਿ ਅਸੀਂ ਦਰਸ਼ਨ ਨਾ ਕਰ ਸਕੀਏ। ਤੇ ਮੱਖਣ ਸ਼ਾਹ ਕਹਿਣ ਲੱਗਾ, ਮਹਾਰਾਜ ਜੇ ਆਗਿਆ ਹੋਵੇ ਤਾਂ ਹੁਕਮ ਕਰੋ। ਜਿਵੇਂ ਧੀਰਮਲ ਦਾ ਡੇਰਾ ਲੁੱਟਿਆ ਸੀ, ਇਹਨਾਂ ਦੇ ਵੀ ਘਰ ਘਾੜ ਲੁੱਟ ਕੇ ਇਹਨਾਂ ਨੂੰ ਸਬਕ ਸਿਖਾਈਏ, ਕਿਉਂਕਿ ਜਿਹੜੇ ਦੁਸ਼ਟ ਲੋਕ ਹੁੰਦੇ ਇਹਨਾਂ ਨੂੰ ਮਾਫ ਨਹੀਂ ਕਰਨਾ ਚਾਹੀਦਾ। ਨਾਵੇਂ ਪਾਤਸ਼ਾਹ ਕਹਿੰਦੇ, ਕੋਈ ਨਹੀਂ ਮੱਖਣ ਸ਼ਾਹ, ਸਮਾਂ ਆਵੇਗਾ ਇਹਨਾਂ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਰਾਪ ਪਹਿਲਾਂ ਹੀ ਹੋਇਆ ਹੈ, ਇਹ ਤਾਂ ਪਹਿਲਾਂ ਹੀ ਲੋਭ ਵਿੱਚ ਮਾਰੇ ਨੇ, ਗੁਰੂ ਵੱਲੋਂ ਮਾਰੇ ਹਨ। ਆਪਾਂ ਇਹਨਾਂ ਨੂੰ ਮਾਰ ਕੇ ਕੀ ਲੈਣਾ? ਐਸਾ ਪੁਰਖ ਆਵੇਗਾ ਜਿਹੜਾ ਇਹਨਾਂ ਮਸੰਦਾਂ ਨੂੰ ਸਜ਼ਾ ਦੇਵੇਗਾ। ਤੇ ਤੂੰ ਕੋਈ ਨਹੀਂ, ਇਸ਼ਨਾਨ ਕਰਕੇ ਤੇ ਆਨੰਦ ਦੇ ਨਾਲ ਆਵੀਂ, ਅਸੀਂ ਚੱਲਦੇ ਹਾਂ। ਇਉਂ ਕਹਿ ਕੇ ਬਾਹਰੀ ਪਰਿਕਰਮਾ ਕੀਤੀ ਸਰੋਵਰ ਦੀ ਅੰਮ੍ਰਿਤਸਰ। ਇਸ਼ਨਾਨ ਕਰਕੇ ਦੁੱਖ ਭੰਜਨੀ ਬੇਰੀ ਹੇਠਾਂ, ਜਿੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਹੈ, ਪਿਛਲੇ ਪੈਰ ਤੀਕਰ ਮਹਾਰਾਜ ਇੱਥੇ ਬੈਠ ਕੇ ਬੰਦਗੀ ਕਰਦੇ ਰਹੇ। ਜਦੋਂ ਮਸੰਦ ਦਿਨ ਦੇ ਪਿਛਲੇ ਪੈਰ ਤੀਕਰ ਵੀ ਨਾ ਆਏ, ਫਿਰ ਇੱਥੋਂ ਚੱਲ ਕੇ ਸਤਿਗੁਰੂ ਜੀ ਵੱਲੇ ਆ ਗਏ, ਜੋ 3 ਕੋਹ ਦੀ ਦੂਰੀ ਤੇ ਉੱਤਰ ਵਾਲੇ ਪਾਸੇ ਨੂੰ ਸੀ। ਇੱਥੇ ਇੱਕ ਸਿੱਖ ਦੇ ਘਰ ਮਹਾਰਾਜ ਨੇ ਵੱਲੇ ਨਗਰ ਦੇ ਵਿੱਚ ਉਤਾਰਾ ਕੀਤਾ। ਮੱਖਣ ਸ਼ਾਹ ਲਬਾਣੇ ਨੂੰ ਇਸ਼ਨਾਨ ਪਾਣੀ ਜਦੋਂ ਕੀਤਾ, ਮਸੰਦਾਂ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਇੱਥੇ ਰਹੇ ਨਹੀਂ, ਨਾਵੇਂ ਪਾਤਸ਼ਾਹ ਚਲੇ ਗਏ ਨੇ। ਇਹ ਵੀ ਕਸ਼ਾਂ ਵਜਾਉਂਦੇ ਖੁਸ਼ ਹੋ ਕੇ ਆ ਗਏ ਵੀ ਹੁਣ ਸਾਡਾ ਪ੍ਰਬੰਧ ਰਹੂਗਾ। ਦਰਵਾਜ਼ੇ ਖੋਲ੍ਹ ਦਿੱਤੇ। ਮੱਖਣ ਸ਼ਾਹ ਲਬਾਣੇ ਨੇ ਇਸ਼ਨਾਨ ਕਰ ਕੜਾਹ ਪ੍ਰਸ਼ਾਦ ਦੀ ਦੇਗ ਕਰਾਈ। ਮਸੰਦ ਇਕੱਠੇ ਹੋਏ ਵੇਖ ਕੇ ਇਹਨਾਂ ਨੂੰ ਕਿਹਾ, ਤੁਸੀਂ ਮਾੜਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦਿਆਲੂ ਸਨ, ਉਹਨਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ। ਬਹੁਤ ਇਹਨਾਂ ਨੂੰ ਸਮਝਾਇਆ, ਝਿੜਕਿਆ। ਕਹਿਣ ਲੱਗੇ, ਜੀ ਅਸੀਂ ਤਾਂ ਡਰਦੇ ਹੀ ਚਲੇ ਗਏ ਸਾਂ ਵੀ ਤੁਰਕ ਜਿਹੜੇ ਹਨ ਉਹ ਬਹੁਤ ਵੈਰ ਰੱਖਦੇ ਨੇ ਗੁਰੂ ਘਰ ਦੇ ਨਾਲ। ਇੱਕ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਣ ਕਰਕੇ ਕੋਈ ਤੁਰਕੀ ਵਿਖਾਦ ਨਾ ਖੜਾ ਕਰ ਦੇਣ। ਇਹਨੇ ਕਹਿ ਕੇ ਡਰਾਇਆ ਜਾਂ ਕਹਿ ਲਓ ਵੀ ਸਮਝਾਇਆ। ਮਸੰਦਾਂ ਨੂੰ ਕਹਿੰਦੇ, ਮਹਾਰਾਜ ਸਾਹਿਬ ਕੋਲੋਂ ਬਖਸ਼ਾ ਲਓ ਆਪਣੇ ਆਪ ਨੂੰ। ਮੱਖਣ ਸ਼ਾਹ ਦੇ ਕਹਿਣ 'ਤੇ ਮਸੰਦ ਚੱਲ ਕੇ ਇਹ ਵੱਲੇ ਵੇਰਕੇ ਵੀ ਵੱਲੇ ਨਗਰ ਦੇ ਵਿੱਚ ਵੀ ਆਏ ਨੇ। ਸਤਿਗੁਰਾਂ ਨੂੰ ਵੀ ਕਹਿੰਦੇ, ਮਹਾਰਾਜ ਅਸੀਂ ਤਾਂ ਤੁਹਾਡੇ ਸੇਵਕ ਹਾਂ, ਐਂ ਗੁੱਸਾ ਨਾ ਕਰਿਓ। ਕਿਉਂਕਿ ਜਦੋਂ ਦਾ ਪੈਂਦੇ ਖਾਨ ਮਾਰਿਆ ਨਾ ਗੁਰੂ ਹਰਗੋਬਿੰਦ ਸਾਹਿਬ ਨੇ, ਉਹਦੀ ਸੰਤਾਨ, ਉਹਦੇ ਰਿਸ਼ਤੇਦਾਰ ਇੱਥੇ ਆਉਂਦੇ ਰਹਿੰਦੇ। CID ਜੀ ਰੱਖਦੇ ਆ, ਸੂਹ ਰੱਖਦੇ ਆ ਵੀ ਕਦੋਂ ਇੱਥੇ ਕੋਈ ਗੁਰੂ ਆਵੇ ਤੇ ਅਸੀਂ ਉਹਨਾਂ ਨੂੰ ਮਾਰ ਕੇ ਬਦਲਾ ਲਈਏ। ਤੇ ਪਾਤਸ਼ਾਹ, ਅਸੀਂ ਤਾਂ ਤੁਹਾਡੇ ਭਲੇ ਵਾਸਤੇ ਵੀ ਕੋਈ ਬਖਾਦ ਨਾ ਪਵੇ ਤਾਂ ਦਰਵਾਜ਼ੇ ਬੰਦ ਕਰਕੇ ਦਰਬਾਰ ਦੇ ਚਲੇ ਗਏ ਸਾਂ। ਹੋਰ ਗੱਲਾਂ ਕਹੀਆਂ। ਗੁਰੂ ਤੇਗ ਬਹਾਦਰ ਸਾਹਿਬ ਨੇ ਜਾਣਿਆ ਵੀ ਇਹ ਆਏ ਤਾਂ ਹੈਗੇ ਨੇ ਸਾਡੇ ਕੋਲ, ਪਰ ਇਹਨਾਂ ਦੇ ਮਨ 'ਚ ਕਪਟ ਹੈ। ਨਾਵੇਂ ਪਾਤਸ਼ਾਹ ਕਹਿਣ ਲੱਗੇ, ਨਹਿ ਮਸੰਦਨ ਤੁਮੇ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸਰੀਏ। ਕਹਿੰਦੇ ਵੀ ਤੁਸੀਂ ਕਹਿਣ ਨੂੰ ਤਾਂ ਅੰਮ੍ਰਿਤਸਰ ਸਾਹਿਬ ਦੇ ਪੁਜਾਰੀ ਅਖਵਾਉਂਦੇ ਹੋ, ਪਰ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਨਿਵਾਸੀ ਹੋ ਹੀ ਨਹੀਂ ਸਕਦੇ, ਕਿਉਂਕਿ ਤੁਹਾਡੇ ਅੰਦਰ ਤੇ ਤ੍ਰਿਸ਼ਨਾ ਦੀ ਅੱਗ ਬਲ ਰਹੀ, ਸੜ ਮਚ ਰਹੇ ਹੋ। ਇਹ ਮਸੰਦਾਂ ਨੂੰ ਸ਼ਰਾਪ ਹੋ ਗਿਆ। ਔਖੇ ਜੇ ਦੁਖੀ ਜੇ ਹੋ ਕੇ ਵਾਪਸ ਆਏ। ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ, ਮਾਈਆਂ ਨੂੰ ਪਤਾ ਲੱਗਾ ਵੀ ਸਤਿਗੁਰੂ ਸਾਹਿਬ ਜੀ ਨਾਰਾਜ਼ ਹੋ ਕਰਕੇ ਚਲੇ ਗਏ ਹਨ। ਮਾਈਆਂ ਹੋਰ ਉਹਨਾਂ ਦੇ ਮਗਰ ਮਗਰ ਬੇਅੰਤ ਸੰਗਤਾਂ ਵੱਲੇ ਪਹੁੰਚੀਆਂ। ਸਤਿਗੁਰੂ ਮਹਾਰਾਜ ਦੀ ਸੇਵਾ ਕੀਤੀ, ਬਹੁਤ ਭੇਟਾਵਾਂ ਅਰਪਣ ਕੀਤੀਆਂ, ਜੋੜ ਮੇਲਾ ਹੀ ਬਣ ਗਿਆ। ਦੇ ਬੇਨਤੀਆਂ ਕੀਤੀਆਂ, ਸਤਿਗੁਰੂ ਜੀ ਸਾਨੂੰ ਪਤਾ ਨਹੀਂ ਲੱਗਾ ਇਹ ਮਸੰਦਾਂ ਦੀ ਕਰਤੂਤ ਦਾ, ਨਹੀਂ ਤਾਂ ਅਸੀਂ ਕੱਲ੍ਹ ਹੀ ਪਾਤਸ਼ਾਹ ਜੀ ਆਪ ਜੀ ਦੇ ਕੋਲ ਆਉਂਦੇ। ਕਿਰਪਾ ਕਰੋ ਅੰਮ੍ਰਿਤਸਰ ਸਾਹਿਬ ਰਾਮਦਾਸਪੁਰੀ ਵਿੱਚ ਆਪ ਜੀ ਚੱਲ ਕੇ ਚਰਨ ਪਾਓ। ਸਤਿਗੁਰਾਂ ਨੂੰ ਬਹੁਤੀਆਂ ਬੇਨਤੀਆਂ ਕੀਤੀਆਂ, ਪਰ ਨਾਵੇਂ ਪਾਤਸ਼ਾਹ ਫਿਰ ਨਹੀਂ ਮੰਨੇ। ਮਾਈਆਂ ਨੇ ਸੇਵਾ ਕੀਤੀ ਸੀ, ਕਹਿਣ ਲੱਗੀਆਂ, ਮਹਾਰਾਜ ਉਹ ਮਸੰਦਾਂ ਦਾ ਪਾਪ, ਉਹਦਾ ਫਲ ਸਾਨੂੰ ਸ਼ਹਿਰ ਵਾਸੀਆਂ ਨੂੰ ਨਾ ਮਿਲੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਮਾਈਆਂ
ਗੁਰੂ ਰਜਾਈਆਂ ਭਗਤੀ ਪਾਈਆਂ ਵੀ ਆਪ ਜੀ ਨੂੰ ਭਗਤੀ ਕਰਨੀ ਭਾਈ ਹੈ, ਗੁਰੂ ਵੱਲੋਂ ਤੁਸੀਂ ਰਜੀਆਂ ਹੋ, ਗੁਰੂ ਨੂੰ ਸੰਤੁਸ਼ਟ ਕਰ ਲਿਆ ਹੈ, ਤੁਹਾਡੇ ਤੇ ਸਦਾ ਖੇੜਾ ਬਣਿਆ ਰਹੇਗਾ, ਤੁਹਾਨੂੰ ਕੋਈ ਤੱਤੀ ਵਾਹ ਵੀ ਨਹੀਂ ਲੱਗੇਗੀ ਸੇਵਾ ਸਿਮਰਨ ਕਰਦਿਆਂ। ਇਹ ਤਾਂ ਅਸੀਂ ਸਰਾਫ ਕੇਵਲ ਉਹਨਾਂ ਪੁਜਾਰੀਆਂ ਨੂੰ ਮਸੰਦਾਂ ਨੂੰ ਦਿੱਤਾ ਜਿਹੜੇ ਮਾਇਆ ਦੇ ਲੋਭ ਵਿੱਚ ਆ ਕਰਕੇ ਤੇ ਆਪਣਾ ਇਹ ਜੱਦੀ ਜਾਇਦਾਦ ਸਮਝ ਬੈਠੇ ਹਰਿਮੰਦਰ ਸਾਹਿਬ ਨੂੰ। ਅੰਮ੍ਰਿਤਸਰ ਦੇ ਵਿੱਚ ਸਾਨੂੰ ਅੰਦਰ ਹਰਿਮੰਦਰ ਸਾਹਿਬ ਦੇ ਜਿਹਨਾਂ ਦਰਸ਼ਨ ਨਹੀਂ ਕਰਨ ਦਿੱਤੇ, ਇਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਮਸੰਦਾਂ ਨੂੰ ਸਰਾਪ ਹੋਇਆ ਤੇ ਸ਼ਹਿਰ ਨਿਵਾਸੀਆਂ ਨੂੰ, ਮਾਈਆਂ ਬੀਬੀਆਂ ਨੂੰ ਵਾਰ ਬਖਸ਼ਿਸ਼ਾਂ ਹੋਈਆਂ ਵੀ ਤੁਸੀਂ ਬਹੁਤ ਸੇਵਾ ਕਰੋ ਤੇ ਵਧੋ ਫੁੱਲੋਗੀਆਂ। ਇਵੇਂ ਸਤਿਗੁਰੂ ਮਹਾਰਾਜ ਉਸ ਰਾਤ ਫਿਰ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ ਨੇ ਤੇ ਮੱਖਣ ਸ਼ਾਹ ਬਾਣੀ ਦੀ ਉਡੀਕ ਕਰਦੇ ਨੇ ਵੀ ਉਹ ਇਸ਼ਨਾਨ ਕਰਕੇ ਕਦੋਂ ਸਾਡੇ ਕੋ ਆਵੇ ਤੇ ਅੱਗੇ ਨੂੰ ਚੱਲੀਏ। ਇੱਥੋਂ ਤੀਕਰ ਪ੍ਰਸੰਗ ਆਪਾਂ ਕੱਲ ਸਰਵਣ ਕੀਤੇ ਸਨ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਵਿੱਤਰ ਕਥਾ, ਵੱਲੇ ਤੋਂ ਬਾਬਾ ਬਕਾਲਾ ਸਾਹਿਬ ਆਉਣਾ ਤੇ ਫਿਰ ਇੱਥੋਂ ਮਹਾਰਾਜ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਛੱਡ ਕੇ ਤੇ ਆਨੰਦਪੁਰ ਸਾਹਿਬ ਵੱਲ ਨੂੰ, ਕੀਰਤਪੁਰ ਵੱਲ ਨੂੰ ਚਾਲੇ ਪਾਉਂਦੇ ਜਿੱਥੇ ਆਨੰਦਾਂ ਦੀ ਪੁਰੀ ਵਸਾਉਣੀ ਆ। ਇਹ ਕਥਾ ਪ੍ਰਸੰਗ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪ੍ਰਸੰਗ ਵਿੱਚ ਸਰਵਣ ਕਰਾਂਗੇ। ਆਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਦਾ ਧਿਆਨ ਧਾਰੀਏ, ਰਸਨਾ ਕਰੋ ਪਵਿੱਤਰ। ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੱਖਣ ਕਰ ਇਸ਼ਨਾਨ ਕੋ, ਦਰਸ਼ਨ ਪਰਸਨ ਕੀਨਾ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਥੜਾ ਸਾਹਿਬ ਵਾਲੇ ਸਥਾਨ ਤੇ ਬੈਠ ਕੇ ਵੱਲੇ ਵੇਰ ਕੇ ਪਹੁੰਚੇ, ਮਸੰਦ ਆਏ, ਸਰਾਫੇ ਗਏ, ਸੰਗਤਾਂ ਆਈਆਂ ਨੇ, ਹਾਲ ਹੋਈਆਂ ਮਾਈਆਂ ਬੀਬੀਆਂ। ਉਧਰ ਵਿਸਾਖੀ ਵਾਲੇ ਦਿਨ, ਵਿਸਾਖੀ ਦਾ ਪੁਰਬ, ਵਿਸਾਖੀ ਦਾ ਜੋ ਜੋੜ ਮੇਲਾ ਹੈ, ਉਸ ਦਿਨ ਭਾਈ ਮੱਖਣ ਸ਼ਾਹ ਲਬਾਣੇ ਨੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕੀਤਾ। ਉਪਰੰਤ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਹਨ। ਪੁੰਨ ਕਰਾਏ ਅਰਦਾਸ ਕੋ, ਇਸ਼ਨਾਨ ਕਰਕੇ ਦਰਸ਼ਨ ਕਰਕੇ ਫਿਰ ਕੜਾਹ ਪ੍ਰਸ਼ਾਦ ਦੀ ਜੋ ਦੇਗ ਬਣਾ ਕੇ ਲਿਆਇਆ ਸੀ ਸ਼ਰਧਾ ਭਾਵਨਾ ਦੇ ਨਾਲ ਉਹਦੀ ਅਰਦਾਸ ਕੀਤੀ ਹੈ। ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਦਰ ਤੇ ਚਲਿਓ ਸੋ ਮਤੀ ਪਰਬੀਨਾ। ਬਹੁਤ ਹੀ ਚੰਗੀ ਸਿੱਖ ਮਤ ਵਾਲਾ ਜਿਹਦੀ ਬਹੁਤ ਹੀ ਸ਼ਰਧਾ ਭਾਵਨਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਨਾਲ, ਉਹ ਬਹੁਤ ਚੰਗੀ ਸੋਹਣੀ ਅਕਲ ਵਾਲਾ ਮੱਖਣ ਸ਼ਾਹ ਲਬਾਣਾ ਦਰਸ਼ਨ ਕਰਕੇ ਤੇ ਜਿੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਨੇ ਉਸੇ ਪਾਸੇ ਨੂੰ ਚੱਲ ਪਿਆ। ਚੌਪਾਈ ਸ਼੍ਰੀ ਗੁਰੂ ਤੇਗ ਬਹਾਦਰ ਜਿਤ ਕੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਥੜਾ ਸਾਹਿਬ ਕੁਝ ਸਮਾਂ ਬੈਠ ਕੇ ਬਾਰ-ਬਾਰ ਹੀ ਦਰਸ਼ਨ ਦਿਦਾਰੇ ਕਰਕੇ ਪ੍ਰਕੰਮਿਆ ਕਰਕੇ ਜਿਸ ਵੱਲੇ ਨਗਰ ਵੱਲ ਨੂੰ ਗਏ ਹਨ। ਗਮਨੇ ਹੁਤੇ ਚਲਿਓ ਤਿਤ ਤਬ ਕੋ, ਉਸੇ ਵੇਲੇ ਤੁਰੰਤ ਹੀ ਭਾਈ ਮੱਖਣ ਸ਼ਾਹ ਵੀ ਦਰਸ਼ਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲ ਨੂੰ ਚੱਲ ਪਿਆ। ਅਧਿਕ ਪ੍ਰਸੰਨ ਹੋਏ ਤਿਸ ਛਿਨ ਮੈਂ, ਤੇ ਦਰਸ਼ਨ ਕਰਕੇ ਤੁਰਿਆ ਜਾਂਦਾ, ਬਹੁਤ ਖੁਸ਼ ਹੋ ਰਿਹਾ, ਬਹੁਤ ਪ੍ਰਸੰਨ ਹੋ ਰਿਹਾ ਹੈ ਮਨ ਦੇ ਅੰਦਰ। ਮਹਿਮਾ ਸਤਿਗੁਰ ਕੀ ਲੱਖ ਮਨ ਮੈਂ, ਮੱਖਣ ਸ਼ਾਹ ਲਬਾਣੀ ਦੇ ਮਨ ਵਿੱਚ ਇਸ ਕਰਕੇ ਚਾਅ ਹੈ, ਇਸ ਕਰਕੇ ਖੁਸ਼ੀ ਉਹਨੇ ਜਾਣਿਆ ਵੀ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਨਾ, ਇਹ ਬਸ ਸਭ ਕੁਝ ਅੰਦਰ ਸ਼ਕਤੀਆਂ, ਬਹੁਤ ਵੱਡਾ ਖਜ਼ਾਨਾ ਅੰਦਰ ਲੁਕਾਈ ਬੈਠੇ ਹੈ। ਨਾਵੇਂ ਪਾਤਸ਼ਾਹ ਦੀ ਬੜੀ ਮਹਾਨ ਤੋਂ ਮਹਾਨ ਮਹਿਮਾ ਹੈ। ਸਹਿਨਸ਼ੀਲ ਜਿਨ ਕੇ ਨਾ ਸਮੰਨਾ, ਮੱਖਣ ਸ਼ਾਹ ਦੇ ਮਨ ਵਿੱਚ ਖੁਸ਼ੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐਸੇ ਨੇ ਵੀ ਇਹਨਾਂ ਵਰਗੀ ਸਹਿਣਸ਼ੀਲਤਾ ਨਹੀਂ ਕਿਸੇ 'ਚ। ਵੀ ਵੇਖੋ ਵੀ ਬਾਬੇ ਬਕਾਲੇ ਸਾਹਿਬ ਉੱਥੇ ਸੀਐਮ ਸੰਦ ਨੇ ਗੋਲੀ ਚਲਾਈ, ਉਹਨੂੰ ਵੀ ਮਹਾਰਾਜ ਨੇ ਮਾਫ ਕਰਤਾ। ਹੁਣ ਹਰਿਮੰਦਰ ਸਾਹਿਬ ਦੇ ਮਾਲਕ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹਨਾਂ ਨੂੰ ਮਸੰਦਾਂ ਨੇ ਦਰਸ਼ਨ ਨਹੀਂ ਕਰਨ ਦਿੱਤੇ। ਅੰਦਰ ਮਹਾਰਾਜ ਸਾਹਿਬ ਨੂੰ ਪੁਜਾਰੀਆਂ ਨੇ ਆਉਣ ਨਹੀਂ ਦਿੱਤਾ, ਬੂਹੇ ਭੇੜ ਦਿੱਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਦਰਸ਼ਨ ਨਾ ਕਰ ਸਕਣ। ਗੁਰੂ ਬਣਨ ਤੋਂ ਬਾਅਦ ਨਾਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਦੇ ਅੰਦਰੋਂ ਦਰਸ਼ਨ ਹੀ ਨਹੀਂ ਕਰ ਸਕੇ।
ਪਹਿਲਾਂ ਤਾਂ ਪਾਤਸ਼ਾਹ ਇੱਥੇ ਰਹਿੰਦੇ ਰਹੇ, ਪਰ ਗੁਰਿਆਈ ਤੇ ਬਰਾਜਣ ਤੋਂ ਬਾਅਦ ਜੇ ਦਰਸ਼ਨ ਕਰਨ ਗਏ ਤਾਂ ਉਹ ਸਤਿਗੁਰਾਂ ਨੂੰ ਉੱਥੋਂ ਦੇ ਪ੍ਰਬੰਧਕਾਂ ਨੇ, ਮਸੰਦਾਂ ਨੇ, ਪੁਜਾਰੀਆਂ ਨੇ ਮੱਥਾ ਨਹੀਂ ਟੇਕਣ ਦਿੱਤਾ। ਇਹ ਤੋਂ ਬਾਅਦ ਫਿਰ ਸਤਿਗੁਰੂ ਇਸ ਪਾਸੇ ਨੂੰ ਆਏ ਹੀ ਨਹੀਂ। ਤੇ ਮੱਖਣ ਸ਼ਾਹ ਇਸ ਕਰਕੇ ਮਨ ਵਿੱਚ ਗੁਰਾਂ ਦੀ ਭਾਵਨਾ ਰੱਖਦਾ ਇਹ ਵੀ ਸਤਿਗੁਰੂ ਸਾਹਿਬ ਨੂੰ ਮੈਂ ਤਾਂ ਕਿਹਾ ਸੀ ਵੀ ਆਗਿਆ ਕਰੋ, ਮਹਾਰਾਜ ਤੁਹਾਡੀ ਤਾਂ ਆਗਿਆ ਦੀ ਲੋੜ ਹੈ ਨਾ, ਮਾੜੀ ਜੀ ਇਸ਼ਾਰਾ ਚਾਹੀਦਾ। ਮਸੰਦ ਤਾਂ ਸਾਰੇ ਮੈਂ ਆਪੇ ਸਿੱਧੇ ਕਰ ਲੂੰਗਾ ਜੂਤ ਗੇੜ ਕੇ, ਪਰ ਇਹ ਖੁਸ਼ ਹੈ ਵੀ ਵੇਖ ਲਓ ਮਹਾਰਾਜ ਸਾਹਿਬ ਵੀ ਫੇਰ ਵੀ ਇਹ ਵੀ ਗੱਲ ਮਸੰਦਾਂ ਦੀ ਸਹਾਰ ਗਏ ਨੇ, ਜਿਨ੍ਹਾਂ ਵਰਗਾ ਕੋਈ ਸਹਿਨਸ਼ੀਲਤਾ ਵਾਲਾ, ਖਿਮਾ ਵਾਲਾ ਸੁਭਾਅ ਨਹੀਂ ਕੋਈ ਰੱਖ ਸਕਦਾ। ਸਰਬ ਸ਼ਕਤ ਧਰ ਸ਼੍ਰੀ ਭਗਵਾਨਾ। ਭਾਈ ਮੱਖਣ ਸ਼ਾਹ ਜੀ ਕਹਿੰਦੇ ਵੀ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਸ਼੍ਰੋਮਣੀ ਭਗਵਾਨ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਮੌਜੂਦ ਹਨ। ਫਿਰ ਮਹਾਰਾਜ ਨੇ ਬਚਨ ਹੀ ਕਰਨਾ ਸੀ, ਇੱਕ ਬਚਨ ਹੀ ਕਰਕੇ ਸਾਰੇ ਮਸੰਦ ਨਾਸ਼ ਕਰ ਦੇਣੇ ਸਨ। ਮਗ ਮਹਿ ਇਮਠਾਨਤ ਵਡਿਆਈ। ਪਰ ਫਿਰ ਵੀ ਮਹਾਰਾਜ ਜੀ ਦੇ ਮਨ ਵਿੱਚ ਕੋਈ ਰੋਸ ਹੀ ਨਹੀਂ ਆ। ਵੇਖੋ ਵੀ ਗੁੱਸਾ ਹੀ ਨਹੀਂ ਕੀਤਾ ਗੁਰੂ ਪਾਤਸ਼ਾਹ ਨੇ ਕੋਈ। ਐਵੇਂ ਨਾਲੇ ਅੰਮ੍ਰਿਤਸਰ ਸਾਹਿਬ ਸਰੋਵਰ ਤੋਂ ਤੁਰ ਕੇ ਤੇ ਵੱਲੇਵਾਲ ਨੂੰ ਆ ਰਿਹਾ, ਤੇ ਰਸਤੇ ਵਿੱਚ ਆਉਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਵਡਿਆਈਆਂ ਕਰਦਾ ਆ ਰਿਹਾ ਏ। ਪਹੁੰਚਿਓ ਗ੍ਰਾਮ ਗੁਰੂ ਜਿਸ ਥਾਈ। ਜਿਸ ਵੱਲੇ ਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖ ਦੇ ਘਰ ਵਿੱਚ ਠਹਿਰੇ ਹੋਏ ਸਨ। ਹੁਣ ਬਹੁਤ ਸੋਹਣਾ ਉੱਥੇ ਜਿੱਥੇ ਗੁਰੂ ਘਰ ਬਣਿਆ ਹੈ, ਸੜਕ ਦੇ ਉੱਤੇ ਹੀ ਦਰਸ਼ਨ ਹੁੰਦੇ ਨੇ, ਉੱਥੇ ਪਹੁੰਚ ਗਿਆ। ਮਹਿਰ ਗ੍ਰਾਮ ਤੇ ਕੀਨ ਸਡੇਰਾ। ਨਗਰ ਤੋਂ ਬਾਹਰ ਇਹਨੇ ਆਪਣਾ ਉਤਾਰਾ ਕੀਤਾ ਏ, ਤੰਬੂ ਲਾ ਕੇ ਸੰਗੀ ਸਾਥੀਆਂ ਦਾ ਸਾਰਾ ਉਤਾਰਾ ਕਰਕੇ ਥਾਂ ਥਾਈ ਵਸਤ ਸੰਭਾਰ ਧਰੀ ਤਿਸ ਬੇਰਾ। ਤੇ ਸਭ ਵਸਤੂਆਂ ਸੰਭਾਲ ਕੇ ਜਿੱਥੇ ਜਿੱਥੇ ਕੋਈ ਰੱਖਣੀ ਯੋਗ ਸੀ, ਮੰਜੇ ਬਿਸਤਰੇ ਹੋਰ ਪਦਾਰਥ ਰੱਖ ਦਿੱਤੇ ਸੰਭਾਲ ਕਰਕੇ। ਸਰਬ ਭਾਂਤ ਤੇ ਕਰ ਤਕਰਾਈ। ਤੇ ਮੱਖਣ ਸ਼ਾਹ ਲਬਾਣੇ ਨੇ ਸਰਬ ਤਰ੍ਹਾਂ ਕਰਕੇ ਤਕੜਾਈ ਕੀਤੀ। ਆਪਣੇ ਸਾਥੀਆਂ ਨੂੰ ਕਹਿੰਦਾ ਵੀ ਆਪਣੇ ਕੋਲ ਮਾਇਆ ਬਹੁਤ ਹੈ, ਕੀਮਤੀ ਵਸਤੂਆਂ ਬੜੀਆਂ ਨੇ, ਤਗੜੇ ਹੋ ਕੇ ਰਹੋ। ਮਦਰ ਦੇਸ਼ ਨਰ ਜਾਨ ਖੁਟਾਈ। ਕਹਿੰਦਾ ਮਾਝੇ ਦੇ ਵਿੱਚ ਜਿੱਥੇ ਚੰਗੇ ਤੋਂ ਚੰਗੇ ਲੋਕ ਨੇ, ਸਭ ਤੋਂ ਲੋਟੂ ਲੋਕ ਵੀ ਇੱਥੇ ਕੀ ਰਹਿੰਦੇ ਆ। ਮੱਖਣ ਸ਼ਾਹ ਕਹਿੰਦਾ ਆਪਣਾ ਸਮਾਨ ਸੰਭਾਲ ਕੇ ਰੱਖਿਓ, ਵੀ ਜੋ ਵੀ ਮਾਇਆ ਜੋ ਕੋਈ ਪਦਾਰਥ ਹੈ ਵੀ ਆਪਾਂ ਮਾਝੇ ਵਿੱਚ ਹੈ, ਮਦਰ ਦੇਸ਼ ਦੇ ਵਿੱਚ ਹੈ। ਇੱਥੋਂ ਦੇ ਜਿਹੜੇ ਮਨੁੱਖਾਂ, ਕਿਉਂਕਿ ਮਸੰਦਾਂ ਨੇ ਇੱਥੇ ਰਹਿਣ ਵਾਲੇ ਹੀ ਸੀ, ਫਿਰ ਜਿਵੇਂ ਸੋਢੀ ਆਦਿਕ ਇਹ ਵੀ ਇੱਥੇ ਮਾਝੇ 'ਚ ਹੀ ਰਹਿੰਦੇ। ਇਹ ਚੀਜ਼ਾਂ ਵੇਖ ਕੇ ਮੱਖਣ ਸ਼ਾਹ ਦਾ ਮਨ ਦੁਖੀ ਜਿਹਾ ਹੋ ਗਿਆ। ਉਹਨੇ ਜਾਣਿਆ ਵੀ ਇਹ ਲੋਕ ਇਦਾਂ ਦੇ ਹੀ ਹੈ, ਖੁਟਾਈ ਜਾਣ ਕੇ ਵੀ ਐਵੇਂ ਲੁੱਟ ਕੁੱਟ ਕੇ ਨਾ ਲੈ ਜਾਣ। ਮਿਲਿਓ ਗੁਰੂ ਸੰਗ ਬੰਧਨ ਧਾਰਾ। ਆ ਮਹਾਰਾਜ ਸਾਹਿਬ ਜੀ ਦੇ ਕੋਲ ਆਇਆ, ਆਪਣੇ ਡੇਰੇ ਤੇ ਤਕੜਾਈ ਕਰਾ ਕੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਮਿਲ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਸਭ ਪ੍ਰਸੰਗ ਭਾ ਤਥਾ ਉਚਾਰਾ। ਤੇ ਜਿਵੇਂ ਸਾਰਾ ਪ੍ਰਸੰਗ ਹੋਇਆ ਸੀ ਵੀ ਮਹਾਰਾਜ ਤੁਹਾਡੇ ਆਉਂਦਿਆਂ ਸਾਰੀ ਮਸੰਦ ਵੀ ਆ ਗਏ ਸਨ। ਜਦੋਂ ਤੁਸੀਂ ਉੱਥੋਂ ਉੱਠ ਕੇ ਆਏ ਤੇ ਮਹਾਰਾਜ ਤੁਹਾਡੇ ਵੱਲ ਹੀ ਕਿਤੇ ਧਿਆਨ ਰੱਖਦੇ ਸਨ। ਬਾਅਦ ਮਸੰਦਾਂ ਨੇ ਆ ਕੇ ਬੂਹੇ ਖੋਲ ਦਿੱਤੇ। ਮੈਂ ਅੰਦਰੋਂ ਜਾ ਕੇ ਦਰਸ਼ਨ ਕੀਤੇ, ਮੱਥੇ ਟੇਕੇ, ਮਹਾਰਾਜ ਅਰਦਾਸ ਬੇਨਤੀ ਕੀਤੀ ਹੈ। ਇਹ ਸਾਰੀ ਸਾਖੀ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੱਸੀ ਹੈ। ਲੋਭ ਮਸੰਦਨ ਕੋ ਧਨ ਕੇਰੇ। ਤੇ ਨਾਲੇ ਉਹਦਾ ਕਾਰਨ ਦੱਸਿਆ ਵੀ ਮਹਾਰਾਜ ਅਸਲ ਵਿੱਚ ਕਾਰਨ ਕੇਵਲ ਇਹੀ ਵੀ ਇਹਨਾਂ ਮਸੰਦਾਂ ਦੇ ਮਨ ਵਿੱਚ ਲੋਭ ਹੈ ਪੈਸੇ ਦਾ। ਇਹਨਾਂ ਦੇ ਮਨ ਵਿੱਚ ਇਹ ਗੱਲ ਆ ਗਈ ਸੀ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਦੇ ਵਿੱਚ ਆ ਗਏ, ਵਿਸਾਖੀ ਦਾ ਜੋੜ ਮੇਲਾ ਚੱਲਦਾ ਏ, ਸੰਗਤ ਕਦੇ ਮਾਇਆ ਭੇਟਾ ਉਹਨਾਂ ਨੂੰ ਨਾ ਅਰਪਣ ਕਰਦੇ ਵੀ ਸਾਨੂੰ ਹਰਿਮੰਦਰ ਸਾਹਿਬ ਦੀ ਜੋ ਚੜ੍ਹਤ ਹੈ ਉਹ ਕਿਤੇ ਨਾਵੇਂ ਪਾਤਸ਼ਾਹ ਦੇ ਅੱਗੇ ਰੱਖਣੀ ਨਾ ਪਵੇ। ਕਿਉਂਕਿ ਗਿੱਜੇ ਸਨ ਗੁਰੂ ਘਰ ਦੀ ਮਾਇਆ ਘਰਾਂ ਨੂੰ ਖੜਨ। ਗੁਰੂ ਘਰ ਵਿੱਚ ਆਈਆਂ ਵਸਤੂਆਂ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਲਈ, ਪਰਿਵਾਰ ਲਈ, ਇਸਤਰੀ ਲਈ, ਉਹਨਾਂ ਲਈ ਵਰਤਦੇ ਸਨ। ਜੇ ਕੋਈ ਕੱਪੜ ਲੀੜਾ ਆਇਆ ਉਹ ਲੈ ਗਏ, ਕੋਈ ਖਾਣ ਵਾਲਾ ਪਦਾਰਥ ਆਇਆ, ਰਲ ਮਿਲ ਕੇ ਇਦਾਂ ਹੀ ਕਰਦੇ ਰਹੇ। ਬੜਾ ਲੰਮਾ ਸਮਾਂ ਇਹ ਗੱਲ ਚੱਲਦੀ ਰਹੀ। ਤੇ ਮਾਇਆ ਦਾ ਲੋਭੀ ਲਾਲਚੀ ਜਿਸ ਵੀ ਸਮੇਂ 'ਚ ਹੋਵੇ ਉਹ ਇਸੇ ਤਰ੍ਹਾਂ ਹੀ ਕਰਦਾ ਹੈ। ਤੋ ਐਵੇਂ ਮੱਖਣ ਸ਼ਾਹ ਕਹਿੰਦਾ ਮਹਾਰਾਜ ਮਸੰਦਾਂ ਨੇ ਲੋਭ ਲਾਲਚ ਧਾਰਨ ਕਰਕੇ ਬੇਮੁਖ ਭਏ ਕਪਾਟ ਸੋ ਭੇਰੇ। ਮਹਾਰਾਜ ਬੇਮੁਖ ਹੋ ਗਏ, ਇਸੇ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨੀ ਡਿਊੜੀ ਦੇ ਦਰਵਾਜ਼ੇ ਹੀ ਬੰਦ ਕਰ ਗਏ। ਅਜ ਹੋ ਨਾ ਸ਼ਰਧਾ ਜਿਨ ਕੇ ਭਾਈ। ਪਾਤਸ਼ਾਹ ਮੈਂ ਉਹਨਾਂ ਨੂੰ ਸਮਝਾਇਆ ਚੰਗੀ ਤਰ੍ਹਾਂ, ਪਰ ਹਾਲੇ ਵੀ ਉਹਨਾਂ ਦੇ ਮਨ ਵਿੱਚ ਸ਼ਰਧਾ ਨਹੀਂ ਹੈ ਤੁਹਾਡੇ ਤਾਈਂ। ਕੌਣ ਗੁਰੂ ਪਾਰੁਖ ਨਹਿ ਆਈ। ਅੱਗੋਂ ਕਹਿੰਦੇ ਆ ਵੀ ਕੀ
ਕੀ ਪਤਾ ਹੈ ਵੀ ਕਿਹੜਾ ਗੁਰੂ, ਅਜੇ ਤਾਂ ਇਹ ਗੱਲ ਦੀ ਪਰਖ ਹੀ ਨਹੀਂ ਹੋਈ। 8ਵੇਂ ਪਾਤਸ਼ਾਹ ਤੋਂ ਬਾਅਦ ਗੁਰੂ ਕੌਣ ਹੈ, ਇਹ ਗੱਲ ਸੰਗਤ ਦੇ ਵਿੱਚ ਨਿਰਣਾ ਹੋਇਆ ਹੀ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਬਹਾਨੇ ਜੇ ਬਣਾਉਂਦੇ ਹਨ ਮਸੰਦ ਅੱਗੋਂ। ਮੈਂ ਤਰਜਨ ਕਰ ਸੁਜਸ ਉਚਾਰਾ, ਮੈਂ ਤਰਜਣਾ ਵੀ ਕੀਤਾ, ਵਰਜਿਆ ਵੀ। ਆਪ ਜੀ ਦੀ ਜਿਹੜੀ ਸੱਚੋ ਸੱਚੀ ਮਹਿਮਾ ਹੈ ਉਹ ਉਚਾਰ ਕੇ ਦੱਸੀ ਵੀ ਐਵੇਂ। ਮਹਾਰਾਜ ਸਾਹਿਬ ਅੱਗੇ ਅਰਦਾਸ ਕੀਤੀ ਸੀ, ਉਹਨਾਂ ਮੇਰਾ ਬੇੜਾ ਬੰਨੇ ਲਾਇਆ ਏ। ਤਬ ਮਿਲ ਦੇਹਿਤ ਇਤ ਪਗ ਧਾਰਾ, ਇਹ ਗੱਲਾਂ ਸੁਣ ਕੇ ਤੁਹਾਨੂੰ ਮਿਲਣ ਵਾਸਤੇ, ਤੁਹਾਡੇ ਦਰਸ਼ਨ ਕਰਨ ਵਾਸਤੇ ਆ ਗਏ। ਧਨ ਹਿਤ ਗੁਰ ਸਥਾਨ ਸੰਭਾਰੇ, ਮਹਾਰਾਜ ਬਸ ਪੈਸੇ ਇਕੱਠੇ ਕਰਨ ਵਾਸਤੇ, ਧਨ ਹਿਤ ਧਨ ਦੇ ਵਾਸਤੇ ਗੁਰੂ ਸਥਾਨ ਸੰਭਾਰੇ। ਗੁਰਦੁਆਰੇ ਨਾ ਮਸੰਦਾਂ ਨੇ ਸਾਂਭੇ ਹੋਏ ਨੇ, ਪਿੱਛੇ ਭਾਵਨਾ ਕੇਵਲ ਪੈਸੇ ਦੀ ਆ। ਲੋਭ ਹਿਰਦੇ ਡਹਿਕਾਏ ਉਦਾਰੇ, ਹਿਰਦੇ ਦੇ ਵਿੱਚ ਮਹਾਰਾਜ ਇਹਨਾਂ ਦੇ ਬਹੁਤ ਭਾਰੀ ਲੋਭ ਹੈ, ਤੇ ਲੋਭ ਕਰਕੇ ਹੀ ਇਹ ਜਿਹੜੇ ਦਿਲ ਦੇ ਵਿੱਚ ਭੜਕ ਰਹੇ ਹਨ। ਭਰਮ ਹੈ ਇਹਨਾਂ ਨੂੰ ਵੀ ਪਤਾ ਨਹੀਂ ਹੈ ਵੀ ਸਾਡਾ ਕੋਈ ਪ੍ਰਬੰਧ, ਪੈਸੇ ਕੋਈ ਮਾਇਆ ਖੋ ਕੇ ਨਾ ਲੈ ਜਾਵੇ। ਜੇਕਰ ਇਹਨੋਂ ਸਜਾਏ ਨਾ ਬਨੇ, ਤੇ ਨਾਲ ਭਾਈ ਮੱਖਣ ਸ਼ਾਹ ਕਹਿੰਦਾ ਮਹਾਰਾਜ ਇਹਨਾਂ ਸੁਧਰਨਾ ਨਹੀਂ, ਜੇ ਇਹਨਾਂ ਨੂੰ ਆਪਾਂ ਕੋਈ ਸਜ਼ਾ ਨਾ ਦੇ ਕੇ ਗਏ ਹੁਣ, ਜੇ ਇਹਨਾਂ ਨੂੰ ਕੋਈ ਤਾੜਨਾ ਨਾ ਕੀਤੀ ਤਾਂ ਇਹ ਸੁਧਰਨਗੇ ਨਹੀਂ, ਹੋਰ ਵਿਗਾੜ ਦੇ ਕੰਮ ਕਰਨਗੇ ਗੁਰੂ ਘਰਾਂ ਅੰਦਰ। ਕਰ ਹੰਕਾਰ ਅਫਰ ਹੈ ਘਨੇ, ਹੰਕਾਰ ਦੇ ਵਿੱਚ ਬਹੁਤ ਹੀ ਆਫਰੇ ਫਿਰਦੇ ਨੇ ਵੀ ਸਾਡੇ ਸਮਾਨ ਹੀ ਕੋਈ ਨਹੀਂ, ਕਿਉਂਕਿ ਸਾਰੀ ਮਾਇਆ ਇਹਨਾਂ ਕੋ ਆ ਗਈ, ਸਾਰਾ ਪ੍ਰਬੰਧ ਇਹਨਾਂ ਕੋ ਆ ਗਿਆ, ਤੇ ਪੈਸੇ ਦਾ ਹੀ ਜ਼ੋਰ ਚੱਲਦਾ ਹੈ। ਤੁਮ ਤੇ ਸ਼ੰਕਤ ਮੈਂ ਅਬ ਰਹਿਓ, ਤੇ ਇਹ ਤਾਂ ਸਤਿਗੁਰੂ ਜੀ ਤੁਹਾਡੇ ਤੋਂ ਮੈਂ ਸੰਕੋਚ ਕਰਦਾ ਰਿਹਾ ਵੀ ਥੋੜਾ ਤੁਹਾਡਾ ਮੈਨੂੰ ਡਰ ਸੀ, ਨਹੀਂ ਤਾਂ ਜਿਹੜੇ ਮਸੰਦ ਹਨ ਇਹਨਾਂ ਨੂੰ ਮੈਂ ਬਖਸ਼ਣਾ ਨਹੀਂ ਸੀ ਕਿਸੇ ਦੇ ਤਾਏ। ਤਰਾਸ ਦੇਨ ਕੋ ਨਹਿ ਕੁਛ ਕਹਿਓ, ਇਸੇ ਕਰਕੇ ਨਾ ਮਸੰਦਾਂ ਨੂੰ ਡਰ ਦੇਣ ਵਾਸਤੇ ਕੋਈ ਮੈਂ ਬਚਨ ਨਹੀਂ ਕੀਤਾ, ਕੋਈ ਇਹਨਾਂ ਨੂੰ ਮਹਾਰਾਜ ਮੈਂ ਚੋਟ ਨਹੀਂ ਕੀਤੀ, ਕੋਈ ਮਾਰ ਕੁਟਾਈ ਨਹੀਂ ਕੀਤੀ, ਕਿਉਂਕਿ ਤੁਹਾਡੇ ਵੱਲੋਂ ਡਰ ਸੀ। ਤੁਸੀਂ ਤਾਂ ਆਗਿਆ ਨਹੀਂ ਦਿੰਦੇ, ਜੇ ਤੁਹਾਡੀ ਆਗਿਆ ਹੁੰਦੀ ਫੇਰ ਮੈਂ ਮਸੰਦ ਕੱਲਾ ਕੱਲਾ ਸਿੱਧਾ ਕਰ ਦੇਣਾ ਸੀ। ਸੁਨ ਸ਼੍ਰੀ ਤੇਗ ਬਹਾਦਰ ਸੁਆਮੀ, ਆ ਮੱਖਣ ਸ਼ਾਹ ਦਾ ਇਹ ਬਚਨ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੋ ਸੁਆਮੀ ਮਾਲਕ ਹਨ, ਬੋਲੇ ਜਾਨ ਮਸੰਦਨ ਖਾਮੀ। ਆ ਮਸੰਦਾਂ ਦੇ ਵਿੱਚ ਖਾਮੀ ਜਾਣ ਕੇ ਵੀ ਇਹਨਾਂ 'ਚ ਕਚਿਆਈ ਹੈ, ਇਹਨਾਂ ਦੇ ਅੰਦਰੋਂ ਦਿਲ ਖੋਟੇ ਹਨ ਮਾਇਆ ਦਾ ਲੋਭ ਲਾਲਚ ਕਰਕੇ। ਇਹਨੋਂ ਸਜਾਏ ਦੇਨ ਕੋ ਭਾਰੀ, ਮਹਾਰਾਜ ਕਹਿੰਦੇ ਮੱਖਣ ਸ਼ਾਹ ਕੋਈ ਨਹੀਂ, ਹੌਸਲਾ ਰੱਖ, ਇਹਨਾਂ ਨੂੰ ਸਜ਼ਾ ਦੇਣ ਵਾਸਤੇ ਸਜ਼ਾ ਐਸੀ ਮਿਲੂਗੀ, ਯਾਦ ਰੱਖਣਗੇ, ਇਤਿਹਾਸ ਬਣੂਗਾ ਪੱਕਾ, ਸਦੀਆਂ ਤੀਕ ਚੇਤੇ ਕਰਿਆ ਕਰਨਗੇ ਸਿੱਖ ਵੀ ਮਸੰਦਾਂ ਨੂੰ ਸਜ਼ਾ ਦਿੱਤੀ ਸੀ ਕਿਸੇ ਨੇ। ਉਪਜੇ ਗੋ ਇੱਕ ਪੁਰਖ ਅਗਾਰੀ, ਆਉਣ ਵਾਲੇ ਸਮੇਂ 'ਚ ਮਹਾਰਾਜ ਕਹਿੰਦੇ ਬੜਾ ਭਾਰੀ ਪੁਰਖ ਮਰਦੇ ਅਗੰਮੜਾ ਪੈਦਾ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਮਹਾਰਾਜ ਦਾ ਇਸ਼ਾਰਾ ਏ, ਕਹਿੰਦੇ ਵੀ ਭਾਰੀ ਸਜ਼ਾ ਮਿਲੇਗੀ ਇਹਨਾਂ ਮਸੰਦਾਂ ਨੂੰ ਜਿਨ੍ਹਾਂ ਨੇ ਗੁਰੂ ਘਰ ਦਾ ਪੈਸਾ ਖਾਧਾ, ਖਰਾਬ ਕੀਤਾ, ਵਕਾਰ ਭੋਗੇ, ਗੁਰੂ ਘਰਾਂ 'ਚ ਕਰਮ ਕੀਤੇ, ਹੰਕਾਰ ਕੀਤਾ। ਇਹਨਾਂ ਨੂੰ ਸਜ਼ਾ ਦੇਣ ਵਾਸਤੇ ਬੜਾ ਭਾਰੀ ਪੁਰਖ ਪ੍ਰਗਟ ਹੋਏਗਾ ਆਉਣ ਵਾਲੇ ਸਮੇਂ 'ਚ। ਕਰੇ ਤਾੜਨਾ ਪ੍ਰਾਨ ਨਹਾਨ ਹੈ, ਇਹਨਾਂ ਨੂੰ ਤਾੜਨਾ ਕਰੂਗਾ ਇੱਥੋਂ ਤੀਕਰ ਵੀ ਜਿਉਂਦਿਆਂ ਸਾੜ ਕੇ ਇਹਨਾਂ ਦੇ ਪ੍ਰਾਣ ਨਾਸ਼ ਕਰ ਦੂ, ਖੂਹੀਆਂ 'ਚ ਸੁੱਟ ਕੇ ਮਾਰੇ ਜਾਣਗੇ ਮਸੰਦ। ਜਰਾ ਉਖਾਰ ਹੈ ਕੋ ਇੱਕ ਮਨ ਹੈ, ਸਾਰੇ ਮਸੰਦਾਂ ਦੀਆਂ ਜੜ੍ਹਾਂ ਪੁੱਟ ਦੇਵੇਗਾ ਮੱਖਣ ਸ਼ਾਹ, ਕਿਸੇ ਇੱਕ ਅੱਧੇ ਨੂੰ ਮੰਨੂਗਾ। ਜਿਵੇਂ ਭਾਈ ਫੇਰੂ ਜੀ ਵਰਗੇ ਮਸੰਦ ਹੋਏ ਨਾ, ਜਿਹੜਾ ਆਪ ਹੀ ਆਪਣੀ ਦਾੜੀ ਫੜ ਕੇ, ਕਿਉਂਕਿ ਮਹਾਰਾਜ ਨੇ ਕਿਹਾ ਸੀ ਦਾੜੀਆਂ ਫੜ ਕੇ ਲਿਆਓ, ਤੇ ਆਪ ਹੀ ਆਪਣੇ ਹੱਥ ਨਾਲ ਦਾੜਾ ਫੜ ਕੇ ਤੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਇਆ ਸੀ। ਬੜਾ ਪ੍ਰੇਮੀ ਗੁਰਸਿੱਖ ਏ। ਇੱਦਾਂ ਭਾਈ ਫੇਰੂ ਵਰਗੇ ਜਿਹੜੇ ਕੁਝ ਮਸੰਦ ਸਨ, ਉਹਨਾਂ ਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਮਾਨ ਸਨਮਾਨ ਦਿੱਤਾ ਸੀ, ਤੇ ਉਹ 9ਵੇਂ ਪਾਤਸ਼ਾਹ ਕਹਿ ਰਹੇ ਵੀ ਕਿਸੇ ਇੱਕ ਅੱਧੇ ਨੂੰ ਮੰਨੂਗਾ, ਉਹ ਸਤਿਕਾਰ ਦਊਗਾ, ਨਹੀਂ ਤੇ ਜੋ ਆਉਣ ਵਾਲਾ ਪੁਰਖ ਹੋਵੇਗਾ ਸਾਡੇ ਤੋਂ ਬਾਅਦ ਇਹਨਾਂ ਸਾਰਿਆਂ ਲੋਭੀਆਂ ਨੂੰ ਸਜ਼ਾ ਦੇਵੇਗਾ ਭਾਰੀ। ਜਰਾ ਕਰਿਓ ਕਿਰਤ ਕੋ ਤਬ ਫਲ ਪਾਵੈ, ਤੇ ਜੋ ਇਹ ਕਿਰਤ ਕਰ ਰਹੇ ਆ ਮੰਦਾ ਕਰਮ, ਇਹਦਾ ਫਲ ਫਿਰ ਸਾਰੇ ਹੀ ਉਦੋਂ ਭੋਗਣਗੇ ਮਸੰਦ। ਗੁਰ ਸਿੱਖ ਆਪਣੇ ਮੁਖ ਨਹਿ ਲਾਵੈ, ਇਹੋ ਜਿਹਾ ਸਮਾਂ ਆਊਗਾ ਵੀ ਗੁਰੂ ਦੇ ਸਿੱਖ ਇਹਨਾਂ ਨੂੰ ਆਪਣੇ ਵੱਲ ਨਹੀਂ ਲਾਉਣਗੇ, ਆਪਣੇ ਮੂੰਹ ਨਹੀਂ ਲਾਉਣਗੇ। ਸਾਧ ਸੰਗਤ ਜੀ, ਕੋਈ ਸਮਾਂ ਸੀ ਜਿਹੜੇ ਮਸੰਦ ਸਨ, ਮਸੰਦ ਦਾ ਨਾਮ ਲੈ ਕੇ ਸਿੱਖ ਦਾ ਸਿਰ ਝੁਕਦਾ ਸੀ, ਕਿਉਂਕਿ ਉਹਨਾਂ ਦੀ ਉੱਚੀ ਪਦਵੀ ਸੀ। ਕਈ ਨਗਰਾਂ 'ਚ ਮਸੰਦਾਂ ਦੀ ਪੱਤੀ ਸੀ, ਪਿੰਡਾਂ 'ਚ ਹੁੰਦੇ ਨਾ ਪੱਤੀਆਂ ਹੁੰਦੀਆਂ, ਉਹ ਮਸੰਦਾਂ ਦੇ ਨਾਂ ਦੇ ਪੱਤੀਆਂ ਬਣੀਆਂ।
ਪਰ ਮਸੰਦਾਂ ਦਾ ਜਦੋਂ ਬੁਰਾ ਹਾਲ ਹੋਇਆ, ਜਦੋਂ ਮਸੰਦ ਸ਼ਬਦ ਵਿਗੜ ਗਿਆ, ਪਹਿਲਾਂ ਮਸੰਦ ਉਹਨੂੰ ਕਹਿੰਦੇ ਸਨ ਜਿਹੜਾ ਗੁਰੂ ਘਰ ਦਾ ਪ੍ਰਚਾਰਕ ਤੇ ਪੱਕਾ ਸੇਵਕ ਸੀ, ਕਹਿੰਦੇ ਵੀ ਇਹ ਗੁਰੂ ਘਰ ਦਾ ਮਸੰਦ ਹੈ। ਹੁਣ ਮਸੰਦ ਉਹਨੂੰ ਕਹਿੰਦੇ ਆ ਜਿਹੜਾ ਗੁਰੂ ਘਰ ਦਾ ਵਿਗਾੜ ਕਰਦਾ ਹੋਵੇ, ਦਰੋਹੀ ਦੋਸ਼ੀ ਹੋਵੇ ਤੇ ਮਾੜੇ ਕਰਮ ਕਰਦਾ ਹੋਵੇ ਗੁਰੂ ਘਰ ਦੇ ਪੈਸੇ ਦੇ ਉੱਤੇ, ਉਹਨੂੰ ਮਸੰਦ ਕਹਿੰਦੇ ਆ। ਸ਼ਬਦ ਦੇ ਅਰਥ ਬਦਲ ਗਏ ਪਰ ਸ਼ਬਦ ਉਹੀ ਰਿਹਾ ਸਦੀਆਂ ਤੋਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਵੀ ਸਿੱਖ ਸਾਡੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਕਰਨਗੇ, ਮੱਖਣ ਸ਼ਾਹ ਇਹੋ ਜਿਹਾ ਸਮਾਂ ਆਵੇਗਾ। ਇਮ ਕਹਿ ਸਤਿਗੁਰ ਸੁਖ ਪਤ ਧਾਰੀ। ਇਸ ਤਰ੍ਹਾਂ ਕਹਿ ਕੇ ਮਹਾਰਾਜ ਜੀ ਸੁਖ ਕਰਨ ਵਾਸਤੇ ਪਲੰਘੇ ਦੇ ਬਿਰਾਜਮਾਨ ਹੋ ਗਏ। ਮੱਖਣ ਗਾਲਜ ਸਿਵਰ ਮੁਝਾਰੀ। ਭਾਈ ਮੱਖਣ ਸ਼ਾਹ ਆਪਣੇ ਡੇਰੇ ਚਲੇ ਗਿਆ ਵਿਸ਼ਰਾਮ ਕਰਨ ਦੇ ਲਈ। ਸੁਪਤ ਭਏ ਸੁਖ ਨਿਸਾ ਬਤਾਈ। ਸੁਖ ਦੇ ਨਾਲ ਸੌਂ ਕੇ ਰਾਤ ਦਾ ਸਮਾਂ ਬਤੀਤ ਕੀਤਾ, 3 ਪਹਿਰ ਰਾਤ ਲੰਘ ਗਈ। ਜਾਗੇ ਬਹੁਰ ਪ੍ਰਾਤ ਹੋਏ ਆਈ। ਫਿਰ 1 ਪਹਿਰ ਸਵਾ ਪਹਿਰ ਰਾਤ ਰਹਿੰਦੀ ਤੋਂ ਪਾਤਸ਼ਾਹ ਜੀ ਜਾਗੇ ਨੇ, ਇਸ਼ਨਾਨ ਕੀਤਾ, ਨਾਮ ਬਾਣੀ ਦਾ ਅਭਿਆਸ ਕਰਦਿਆਂ ਪ੍ਰਭਾਤ ਦਾ ਵੇਲਾ, ਸਵੇਰ ਦਾ ਵੇਲਾ ਹੋ ਆਇਆ। ਭਏ ਤਿਆਰ ਮਗ ਕਰਨ ਭਿਆਨਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲੇ ਨਗਰ ਤੋਂ ਚੱਲਣ ਵਾਸਤੇ ਤਿਆਰ ਹੋ ਗਏ। ਸੁੰਦਰ ਜ਼ੀਨ ਪਵਾਏ ਟਿਕਾਨਾ। ਘੋੜੀ ਦੇ ਉੱਤੇ ਮਹਾਰਾਜ, ਘੋੜੇ ਦੇ ਉੱਤੇ ਗੁਰੂ ਸਾਹਿਬ ਜੀ ਦੇ ਹੁਕਮ ਦੇ ਨਾਲ ਸੋਹਣੀ ਕਾਠੀ ਪਾਈ ਗਈ ਹੈ। ਭਏ ਅਰੁੱਡਨ ਮਾਰਗ ਚਾਲੇ। ਮਹਾਰਾਜ ਪ੍ਰਕਾਸ਼ ਵਿੱਚ ਆਪਣਾ ਚਰਨ ਟਿਕਾ ਕੇ ਛਾਲ ਮਾਰ ਕੇ ਅਸਵਾਰ ਹੋ ਗਏ ਤੇ ਰਸਤੇ ਤੇ ਚੱਲ ਪਏ। ਪਹੁੰਚੇ ਆਏ ਸੋ ਬੀਚ ਬਕਾਲੇ। ਇਵੇਂ ਵੱਲੇ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਕਾਲੇ, ਬਾਬੇ ਬਕਾਲੇ ਸਾਹਿਬ ਨਗਰ ਆਣ ਪਹੁੰਚੇ। ਉੱਥੋਂ ਚੱਲਦਿਆਂ ਜੋ ਇਤਿਹਾਸ ਦੇ ਹੋਰ ਵੀ ਜ਼ਿਕਰ ਆਉਂਦੇ ਆ, ਮਹਾਰਾਜ ਜਿੱਥੇ ਗੁਰੂ ਕਾ ਬਾਗ ਗੁਰੂ ਅਰਜਨ ਦੇਵ ਸਾਹਿਬ ਵੀ ਗਏ, ਉੱਥੇ ਵੀ ਨਾਵੇਂ ਪਾਤਸ਼ਾਹ ਠਹਿਰੇ ਕੁਝ ਸਮਾਂ। ਫਿਰ ਚੱਲਦਿਆਂ ਹੋਰ ਵੀ ਨਗਰਾਂ 'ਚ ਉਪਦੇਸ਼ ਦਿੰਦੇ ਆਏ। ਕਾਲੇ ਕੇ ਨਗਰ ਮਹਾਰਾਜ ਸਾਹਿਬ ਜੀ ਨੇ, ਜੋ ਚੋਲਾ ਸਾਹਿਬ ਪਵਿੱਤਰ ਸਥਾਨ ਹੈ ਗੁਰਾਂ ਦਾ, ਇੱਥੇ ਵੀ ਸਤਿਗੁਰੂ ਸਾਹਿਬ ਜੀ ਨੇ ਚਰਨ ਪਾਏ। ਹੋਰ ਵੀ ਨਗਰਾਂ ਦਾ ਭਲਾ ਕਰਦਿਆਂ ਹੋਇਆਂ ਫਿਰ ਇੱਥੇ ਬਾਬੇ ਬਕਾਲੇ ਭੋਰਾ ਸਾਹਿਬ ਵਾਲੇ ਸਥਾਨ ਤੇ ਪਹੁੰਚ ਗਏ। ਤੇਰਾ ਕਰਤ ਭਏ ਨਿਜ ਧਾਮ। ਆਪਣੇ ਘਰ ਦੇ ਵਿੱਚ ਹੈ ਤਾਂ ਜੋ ਪਹਿਲਾਂ ਨਾਨਕਾ ਨਗਰ ਸੀ ਮਹਾਰਾਜ ਦਾ, ਪਰ ਇੱਥੇ ਬਹੁਤ ਸਮਾਂ 27 ਸਾਲ ਤੋਂ ਵਸਦਿਆਂ ਨੂੰ ਹੋ ਚੱਲਿਆ। ਇਹ ਆਪਣੇ ਘਰ ਦੇ ਵਿੱਚ ਹੀ ਡੇਰਾ ਕੀਤਾ, ਇਹੀ ਘਰ ਬਣਾ ਲਿਆ। ਮਿਲੇ ਮਾਤ ਕੋ ਕੀਨ ਪ੍ਰਣਾਮ। ਸਭ ਤੋਂ ਪਹਿਲਾਂ ਆ ਕੇ ਸ੍ਰੀ ਮਾਤਾ ਨਾਨਕੀ ਜੀ ਨੂੰ ਮਿਲੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਨਮਸਕਾਰ ਕੀਤੀ। ਆਪਣੀ ਮਾਤਾ ਦੇ ਦੋਵੇਂ ਪੈਰਾਂ ਨੂੰ ਹੱਥ ਲਾ ਕੇ ਆਪਣੇ ਮੱਥੇ ਤੇ ਸੁਹਾਇਆ। ਇਹ ਸਾਡੇ ਵਰਗੇ ਲੋਕਾਂ ਨੂੰ ਦੱਸਣ ਦੇ ਲਈ ਵੀ ਜਿੱਡਾ ਮਰਜ਼ੀ ਪੁੱਤ ਵੱਡਾ ਪਦਵੀ ਤੇ ਹੋਵੇ, ਪਰ ਮਾਂ ਬਾਪ ਦਾ ਐਵੇਂ ਅਦਬ ਕਰਦਾ ਹੋਵੇ। ਗੁਰਿਆਈ ਦੇ ਮਾਲਕ ਨੇ ਗੁਰੂ ਤੇਗ ਬਹਾਦਰ ਸਾਹਿਬ, ਪਰ ਆਪਣੇ ਮਾਤਾ ਜੀ ਦੇ ਚਰਨਾਂ ਤੇ ਹੱਥ ਲਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਅਨਕ ਬਿਗਨ ਤੇ ਸੁਤ ਬਚ ਗਇਓ। ਤੇ ਮਾਤਾ ਵੀ ਕਈ ਸ਼ੁਕਰ ਕਰਦੀ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੇਖ ਵੇਖ ਕੇ ਵੀ ਮੇਰਾ ਪੁੱਤਰ ਕਈ ਵਿਘਨਾਂ ਦੇ ਵਿੱਚੋਂ ਬਚ ਗਿਆ, ਕਈ ਰੁਕਾਵਟਾਂ ਆਈਆਂ। ਜਾਂ ਤੇ ਅਧਿਕ ਨੇਹੋ ਉਰ ਭਇਓ। ਇਸ ਕਰਕੇ ਬਹੁਤ ਨੇਹੋ, ਬਹੁਤ ਸਨੇਹ, ਬਹੁਤਾ ਪ੍ਰੇਮ ਮਾਂ ਦੇ ਅੰਦਰ ਉਛਾਲੇ ਮਾਰਦਾ ਏ। ਮਿਲ ਕਰ ਮੁਖ ਸਿਰ ਪਰ ਕਰ ਫੇਰ। ਤੇ ਮਾਤਾ ਜੀ ਜਦੋਂ ਮਿਲੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ, ਮਿਲ ਕਰ ਮੁਖ ਸਿਰ ਪਰ ਕਰ ਫੇਰਾ। ਮਾਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਉੱਤੇ ਹੱਥ ਫੇਰਿਆ, ਆਪਣੇ ਪੁੱਤਰ ਦੇ ਮੁਖ ਤੇ ਹੱਥ ਫੇਰਿਆ। ਸਦਕੇ ਜਾਵਾਂ ਮੇਰਾ ਪੁੱਤਰ ਕਈ ਵਿਘਨਾਂ ਦੇ ਵਿੱਚੋਂ ਬਚ ਕੇ ਆ ਗਿਆ, ਸਲਾਮਤ ਹੋ ਗਿਆ ਏ। ਬਾਰ ਬਾਰ ਧਰ ਮੋਦ ਕਨੇਰਾ। ਇੱਕ ਵਾਰ ਨਹੀਂ, ਵਾਰ ਵਾਰ ਮਾਂ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਰ ਤੇ ਹੱਥ ਫੇਰਦੇ ਨੇ, ਕਦੀ ਮੁਖ ਤੇ ਹੱਥ ਫੇਰਦੇ ਨੇ, ਸਦਕੇ ਜਾਂਦੇ ਹਨ, ਖੁਸ਼ ਹੁੰਦੇ ਹਨ। ਐਸੇ ਮੱਖਣ ਉਤਰਿਓ ਆਨ। ਜਿਵੇਂ ਸਤਿਗੁਰਾਂ ਨੇ ਇੱਥੇ ਆ ਕੇ ਉਤਾਰਾ ਕੀਤਾ, ਉਸੇ ਤਰ੍ਹਾਂ ਮੱਖਣ ਸ਼ਾਹ ਬਾਰ-ਬਾਰ ਨਗਰ ਤੋਂ ਖੂਹ ਹੁੰਦਾ ਸੀ, ਕਹਿੰਦੇ ਜਿੱਥੇ ਉਹਨੇ ਉਤਾਰਾ ਕੀਤਾ। ਡੇਰਾ ਕਰਤ ਭਇਓ ਨਿਜ ਥਾਨ। ਜਿੱਥੇ ਪਹਿਲਾਂ ਆ ਕੇ ਡੇਰਾ ਕੀਤਾ ਸੀ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਆ ਕੇ ਫਿਰ ਉੱਥੇ ਹੀ ਆਪਣਾ ਪੜਾ ਕਰ ਲਿਆ। ਖਾਨ ਪਾਨ ਕਰ ਕੈ ਸਭ ਭਾਂਤੀ। ਹਰ
ਤਰ੍ਹਾਂ ਕਰਕੇ ਭੋਜਨ ਪ੍ਰਸ਼ਾਦਾ ਛਕਿਆ ਏ। ਸੁਖ ਤੇ ਤਿਮਰ ਪਰਵਿਰਤੇ ਰਾਤੇ, ਤੇ ਇਸੇ ਤਰ੍ਹਾਂ ਸਾਰਾ ਦਿਨ ਲੰਘਿਆ, ਰਾਤ ਦਾ ਸਮਾਂ ਹੋਇਆ ਤੇ ਸੌਂ ਕੇ ਸੁਖ ਦੇ ਨਾਲ ਬਤੀਤ ਕੀਤੀ ਹੈ। ਜਾਮ ਜਾਪਨੀ ਜਾਗਰਨ ਕਰੇ, ਏਦਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਵਾ ਪਹਿਰ ਰਾਤ ਰਹਿੰਦੀ ਤੋਂ ਅੰਮ੍ਰਿਤ ਵੇਲੇ ਜਾਗ ਪੈਂਦੇ ਹਨ। ਵਿਦ ਤੇ ਸੋਚ ਸੋ ਮੱਜਨ ਕਰੇ, ਬਹੁਤ ਵਿਧੀ ਪੂਰਵਕ ਮਹਾਰਾਜ ਸਰੀਰ ਦੀ ਕਿਰਿਆ ਸੋਧ ਕੇ ਫਿਰ ਉਹ ਸਾਹਮਣੇ ਹੁਣ ਜੋ ਸਰੋਵਰ ਸਾਹਿਬ ਹੈ, ਇੱਥੇ ਟੋਭਾ ਸੀ, ਇੱਥੇ ਮਹਾਰਾਜ ਇਸ਼ਨਾਨ ਕਰਦੇ ਅੰਮ੍ਰਿਤ ਵੇਲੇ। ਵਿਦ ਤੇ ਬਾਤ ਜਹਾਂ ਕਹਿ ਦੇਸ਼, ਜਿੱਥੇ ਕਿਥੇ ਵੀ ਦੂਰ ਦੇਸ਼ਾਂ 'ਚ ਗੱਲ ਪ੍ਰਗਟ ਹੋ ਗਈ ਵੀ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋ ਆਏ ਹਨ। ਵਿਦਤ ਭਏ ਸਤਿਗੁਰੂ ਵਿਸ਼ੇਸ਼, ਜਿਹੜੇ ਪੂਰਨ ਸਤਿਗੁਰੂ ਹਨ ਉਹ ਹੁਣ ਪ੍ਰਗਟ ਹੋ ਗਏ ਨੇ, ਕਿਸੇ ਨੂੰ ਇਹ ਭਰਮ ਨਹੀਂ ਰਹਿ ਗਿਆ। ਮੰਜੇ ਅਪਰ ਸੋਢੀਆਂ ਨ ਲਾਈ, ਸੰਗਤਾਂ ਜੇ ਖਬਰ ਫੈਲ ਗਈ ਵੀ ਜਿਹੜੇ ਹੋਰ ਸੋਢੀ ਗੱਦੀਆਂ ਲਾ ਕੇ ਨਕਲੀ ਗੁਰੂ ਬਣ ਕੇ ਬੈਠੇ ਸਨ, ਧੀਰ ਮਲ ਆਦਿਕ, ਲੱਜਤ ਹੋਤ ਗਏ ਨਿਜ ਥਾਈ, ਉਹਨਾਂ ਦੇ ਵਿੱਚੋਂ ਤਾਂ ਬਹੁਤ ਹੀ ਲੱਜਤ ਸ਼ਰਮਿੰਦੇ ਜੇ ਹੋ ਕੇ ਤੇ ਬਾਬਾ ਬਕਾਲਾ ਸਾਹਿਬ ਨਗਰ ਹੀ ਛੱਡ ਕੇ ਆਪੋ ਆਪਣੇ ਥਾਵਾਂ ਤੇ ਘਰਾਂ ਨੂੰ ਚਲੇ ਗਏ ਨੇ। ਕੋਈ ਕੀਰਤਪੁਰ ਨੂੰ ਚਲੇ ਗਿਆ, ਕੋਈ ਕਰਤਾਰਪੁਰ ਨੂੰ ਚਲੇ ਗਿਆ, ਤੇ ਕੋਈ ਇਧਰ ਮਾਲ ਵਿੱਚ ਕੋਠੇ ਗੁਰੂ ਨਗਰ ਹੈ, ਹੇਹਰ ਨਗਰ ਹੈ, ਇੱਥੇ ਸੋਢੀ ਵਸਦੇ ਸਨ, ਸਾਰੇ ਹੇਹਰਾ ਆਦਿਕ ਨਗਰਾਂ ਨੂੰ ਚਲੇ ਗਏ। ਸ੍ਰੀ ਗੁਰੂ ਹਰਗੋਬਿੰਦ ਕੋ ਨੰਦ, ਤੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਸੁਪੁੱਤਰ ਹਨ, ਗੁਰਤਾ ਗਾਦੀ ਤੇਰੇ ਬਿਲੰਦ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਬਲੰਦ ਪ੍ਰਗਟ ਰੂਪ ਦੇ ਵਿੱਚ ਮਹਾਬਲੀ ਗੁਰਤਾ ਗੱਦੀ ਤੇ ਪ੍ਰਗਟ ਹੋ ਗਏ ਨੇ। ਇਹ ਗੱਲ ਸਾਰੇ ਦੇਸ਼ਾਂ ਵਿੱਚ ਸੰਗਤਾਂ ਤੀਕ ਪਹੁੰਚ ਗਈ ਹੈ। ਕਹੇ ਪਰਸ ਪਰ ਸਿੱਖਪੁਰ ਗ੍ਰਾਮ, ਆ ਸਭ ਨਗਰਾਂ ਦੇ ਸਿੱਖ ਆਪਸ ਵਿੱਚ ਮਿਲ ਕੇ ਬਾਤਾਂ ਕਰਦੇ ਹਨ। ਸਭ ਵਿਦ ਸੁਜਸ ਸੁਨੇ ਅਬਰਾਮ, ਸਭ ਤਰ੍ਹਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁੰਦਰ ਤੇ ਸ੍ਰੇਸ਼ਟ ਜਾਸੀ ਸੁਣਦੇ ਨੇ। ਅੱਗੇ ਤੋਂ ਅੱਗੇ ਗੱਲ ਜਾਂਦੀ ਹੈ ਨਾ ਵੀ ਧੀਰ ਮਲ ਨੇ ਵੇਖੋ ਵੀ ਮਹਾਰਾਜ ਦਾ ਘਰ ਲੁੱਟ ਲਿਆ, ਗੋਲੀ ਚਲਾਤੀ, ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਮੱਖਣ ਸ਼ਾਹ ਨੂੰ ਕਹਿ ਕੇ ਸਭ ਕੁਝ ਵਾਪਸ ਕਰਾ ਕੇ ਤੇ ਉਹਨੂੰ ਮਾਫ ਕਰਤਾ। ਇਵੇਂ ਸਿੱਖ ਜਦੋਂ ਇੱਕ ਦੂਜੇ ਨੂੰ ਅੱਗੇ ਤੋਂ ਅੱਗੇ ਦੱਸਦੇ ਆ ਵੀ ਉਹ ਤਾਂ ਬਾਹਰ ਪ੍ਰਗਟ ਹੀ ਨਹੀਂ ਹੋਣਾ ਚਾਹੁੰਦੇ, ਬੰਦਗੀ ਹੀ ਕਰੀ ਜਾਂਦੇ ਨੇ ਭੋਰਾ ਸਾਹਿਬ 'ਚ ਬੈਠ ਕੇ, ਤਾਂ ਸਭ ਨਗਰਾਂ ਸ਼ਹਿਰਾਂ ਦੇ ਸਿੱਖ ਸੁਣ ਮਹਾਰਾਜ ਦੀ ਵਡਿਆਈ ਕਰਦੇ, ਸਿਰ ਝੁਕਾਉਂਦੇ ਨੇ। ਨਿਕਟ ਕੇ ਦੂਰ ਦਰਸ਼ ਕੇ ਕਹਿੰਦੇ ਕੋਈ ਨੇੜੇ ਦੇ ਪਿੰਡ ਦਾ ਹੈ, ਕੋਈ ਦੂਰ ਦੇ ਨਗਰ ਦਾ ਹੈ, ਕਿਸੇ ਵੀ ਦੇਸ਼ ਵਿੱਚ ਹੈ, ਆਵਤ ਗਮਨੇ ਤਜੇ ਨਕੇਤ, ਉਹ ਸਾਰੇ ਦਰਸ਼ਨਾਂ ਦਾ ਹਿੱਤ ਕਰਕੇ ਆ ਰਹੇ ਨੇ ਬਕਾਲੇ ਨਗਰ ਨੂੰ, ਆਪੋ ਆਪਣੇ ਘਰਾਂ ਨੂੰ ਛੱਡ ਕੇ। ਅਨੇਕ ਅਕੋਰਨ ਕੋ ਲੈ ਆਵਹਿ, ਬੜੇ ਚਾਅ ਉਤਸ਼ਾਹ ਦੇ ਨਾਲ ਅਨੇਕਾਂ ਹੀ ਭੇਟਾਵਾਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਆ ਰਹੇ ਨੇ। ਜਿਵੇਂ ਆਪ ਸੰਗਤਾਂ ਆ ਰਹੇ ਹੋ, ਮਹਾਰਾਜ ਦੇ ਦਰ ਘਰ ਦੇ ਦਰਸ਼ਨ ਕਰ ਰਹੇ ਹੋ, ਐਵੇਂ ਹੀ ਸਾਧ ਸੰਗਤ ਗੁਰੂ ਸਾਹਿਬ ਜੀ ਦੇ ਇਸ ਅਸਥਾਨ ਦੇ ਉੱਤੇ ਉਸ ਵੇਲੇ ਸਿੰਘ ਸੰਗਤ ਆ ਰਹੀ ਹੈ ਜਦੋਂ ਮਹਾਰਾਜ ਸਾਹਿਬ ਇੱਥੇ ਬਰਾਜ ਰਹੇ ਨੇ। ਗ੍ਰਾਮ ਬਕਾਲੇ ਕੀ ਦਿਸ਼ ਧਾਵਹਿ, ਹਾਂ, ਜਿਹੜਾ ਵੀ ਚੱਲਦਾ ਹੈ ਬਾਬੇ ਬਕਾਲੇ ਸਾਹਿਬ ਨਗਰ ਦੀ ਦਿਸ਼ਾ ਨੂੰ ਧਾਉਂਦੇ ਦੌੜਦੇ ਹੀ ਆਉਂਦੇ, ਛੇਤੀ ਪੈਂਡਾ ਮੁਕਾਉਂਦੇ ਆਉਂਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਾਂਗੇ। ਜਬ ਬੈਠੇ ਸ਼੍ਰੀ ਤੇਗ ਬਹਾਦਰ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭੋਰੇ ਚੋਂ ਬਾਹਰ ਆ ਕੇ ਤੇ ਤਖਤ ਤੇ ਬੈਠ ਜਾਂਦੇ, ਸੰਗਤ ਆਨ ਖਰੀ ਹੋਏ ਹੱਥ, ਉਸੇ ਵੇਲੇ ਹੀ ਸਿੱਖ ਸੰਗਤਾਂ ਆਣ ਕੇ ਹਾਜ਼ਰ ਹੋ ਜਾਂਦੀਆਂ ਮਹਾਰਾਜ ਦੇ ਹਜ਼ੂਰ। ਗਰਭ ਆਦ ਬਹੁਤ ਰਹੇ ਅਗਾਰੀ, ਤੇ ਪ੍ਰੇਮ ਭਾਵਨਾ ਦੇ ਨਾਲ ਬਹੁਤ ਮਾਇਆ ਧਨ ਪਦਾਰਥ ਸਤਿਗੁਰਾਂ ਦੇ ਚਰਨਾਂ 'ਚ ਭੇਟਾ ਕਰਦੇ ਨੇ। ਬੰਧਨ ਕਰੇ ਭਾਉ ਕੋ ਧਾਰੀ, ਬਹੁਤ ਹੀ ਦਿਲ ਵਿੱਚ ਪ੍ਰੇਮ ਭਾਵਨਾ ਧਾਰ ਕੇ ਮੱਥੇ ਟੇਕਦੇ ਹਨ ਸਿੱਖ। ਆਵਨ ਲਗੀ ਭੇਟ ਚਾਹੂੰ ਔਰ, ਐਵੇਂ ਚਾਰ ਸਫੇਰਿਆਂ ਦੀਆਂ ਸੰਗਤਾਂ ਵੀ ਆਉਣ ਲੱਗ ਪਈਆਂ ਤੇ ਭੇਟਾ ਵੀ ਗੁਰੂ ਘਰ ਵਿੱਚ ਮਾਇਆ ਵੀ ਬਹੁਤ ਆਉਣ ਲੱਗ ਪਈ। ਮਾਨੇ ਸਿੱਖ ਝੁਕੈ ਕਰ ਜੋਰ, ਹੱਥ ਜੋੜ ਕਰਕੇ ਮਹਾਰਾਜ ਨੂੰ ਝੁਕ ਕੇ ਨਮਸਕਾਰਾਂ ਕਰਦੇ ਨੇ। ਸਭ ਸਿੱਖ ਮਹਾਰਾਜ ਦੀ ਮੰਨਤਾ ਕਰਦੇ ਨੇ। ਭਰੋਸਾ ਵੱਜ ਗਿਆ ਵੀ ਹੁਣ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਹਨ। ਸੁਨਹਿ ਬਿਲੋਕੈ ਸੋਢੀ ਸਾਰੇ, ਇਸ ਤਰ੍ਹਾਂ ਜਿੰਨੇ ਵੀ ਸੋਢੀ ਹਨ, ਪਹਿਲਾਂ ਤਾਂ ਧੀਰ ਮਲ ਦੇ ਸਮੇਤ ਬਹੁਤੇ ਭੱਜ ਗਏ ਆ,
ਕੋਈ ਇੱਕ ਦਾ ਜੇ ਕੋਈ ਰਹਿ ਗਿਆ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਸੁਣਦੇ ਆ, ਗੁਰੂ ਮਹਾਰਾਜ ਦੇ ਘਰ ਤੇ ਦਰ ਤੇ ਸੰਗਤਾਂ ਦੀ ਆਮਦ ਵੇਖਦੇ ਹਨ। ਜਰਹਿ ਨਹੀਂ ਔਰ ਜਰਹਿ ਕੁਟਾਰੇ, ਕਹਿੰਦੇ ਵੀ ਜਰਿਆ ਨਹੀਂ ਜਾਂਦਾ, ਸੜਦੇ ਬਲਦੇ ਹਨ ਦਿਲ ਦੇ ਵਿੱਚ ਕੁਟਾਰੇ, ਜਿਨ੍ਹਾਂ ਦੇ ਕੌੜੇ ਹੀ ਕਹਿੰਦੇ ਵੀ ਅੰਦਰ ਦਿਲ ਖੋਟੇ ਹਨ, ਖੋਟੇ ਹਿਰਦਿਆਂ ਵਾਲੇ, ਖੋਟੀ ਨੀਅਤ ਦੇ ਮਸੰਦ ਆਦਿਕ ਜਾਂ ਸੋਢੀ ਆਦਿਕ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਸੰਗਤਾਂ ਆਉਂਦੀਆਂ ਵੇਖ ਕੇ ਸੜਦੇ ਬਲਦੇ ਹਨ। ਦਵੈਸ਼ ਉਪਾਵਤ ਕਟ ਬਚ ਕਹੈ, ਫਿਰ ਦਵੈਸ਼ ਕਰਦੇ ਨੇ, ਝਗੜਾ ਕਰਦੇ ਨੇ, ਮਾੜਾ ਚੰਗਾ ਬੋਲਦੇ ਹਨ। ਨਹੀਂ ਮਹਾਤਮ ਗੁਰ ਕੋ ਲਾਹੈ, ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਮਹਾਨਤਾ ਦਾ ਨਹੀਂ ਪਤਾ, ਕਿਉਂਕਿ ਉਹਨਾਂ ਸੋਢੀਆਂ ਮਸੰਦਾਂ ਨੇ ਤਾਂ ਪੈਸਾ ਹੀ ਮੁੱਖ ਰੱਖਿਆ ਏ। ਇੱਕ ਦਿਵਸ ਰਹੇ ਮੱਖਣ ਸ਼ਾਹੂ, ਇਸ ਤਰ੍ਹਾਂ ਕਈ ਦਿਨ ਮੱਖਣ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਆਪਣੇ ਦੇਸ਼ ਗਮਨ ਕਰ ਚਾਹੋ, ਇਹਦੇ ਮਨ ਦੀ ਚਾਹ ਨਾ ਹੋਈ ਵੀ ਹੁਣ ਮੈਂ ਗੁਰਾਂ ਕੋ ਖੁਸ਼ੀਆਂ ਲੈ ਲਵਾਂ, ਆਗਿਆ ਲੈ ਕੇ ਇਹਦੇ ਵਾਪਸ ਆਪਣੇ ਦੇਸ਼ ਆਪਣੇ ਨਗਰ ਦੇ ਵਿੱਚ ਚਲਿਆ ਜਾਵਾਂ। ਬਹੁਤ ਦਿਨ ਬੀਤੇ ਸ਼ੋਰ ਘਰ ਆਇਓ, ਕਿ ਕਈ ਦਿਨ ਹੋ ਗਏ ਨੇ ਘਰ ਨੂੰ ਛੱਡ ਕੇ ਆਇਆ ਮਹਾਰਾਜ ਸਾਹਿਬ ਦੇ ਕੋਲ, ਪੂਰੀ ਕਾਮਨਾ ਦਰਸ਼ਨ ਪਾਇਓ। ਚਲੋ ਨਾਲੇ ਜਿਸ ਕਰਕੇ ਆਏ ਸੀ ਉਹ ਕਾਮਨਾ ਵੀ ਪੂਰੀ ਹੋ ਗਈ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਵੀ ਪ੍ਰਾਪਤ ਹੋ ਗਏ ਇੱਥੇ ਆਇਆ। ਹਿਰਦੈ ਵਿਚਾਰਤ ਇੱਕ ਦਿਨ ਐਸੇ, ਇਸ ਤਰ੍ਹਾਂ ਬੈਠਾ ਬੈਠਾ ਮੱਖਣ ਸ਼ਾਹ ਆਪਣੇ ਦਿਲ ਵਿੱਚ ਸੋਚ ਹੀ ਰਿਹਾ ਸੀ ਵੀ ਹੁਣ ਗੁਰਾਂ ਕੋ ਆਗਿਆ ਲੈ ਕੇ ਚਲੇ ਹੀ ਜਾਣਾ ਚਾਹੀਦਾ ਵਾਪਸ। ਚੱਲ ਆਇਓ ਜਹ ਸਤਿਗੁਰ ਬੈਸੇ, ਤੇ ਇਹ ਮਤਾ ਕਰਕੇ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਸੰਗਤਾਂ ਦੇ ਵਿੱਚ ਦਰਸ਼ਨ ਦਿਦਾਰੇ ਦੇ ਰਹੇ ਸਨ, ਗੁਰਾਂ ਦੇ ਕੋਲ ਆਣ ਕੇ ਬੈਠ ਗਿਆ। ਨਿਮਰ ਹੋਏ ਕਰ ਬੰਧਨ ਠਾਨੀ, ਬਹੁਤ ਹੀ ਨਿਵ ਕੇ ਝੁਕ ਕੇ ਮੱਖਣ ਸ਼ਾਹ ਲਬਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਦਨਾ ਕੀਤੀ, ਨਮਸਕਾਰ ਕੀਤੀ। ਪ੍ਰੇਮ ਜਨਾਵਤ ਬੋਲਿਓ ਬਾਣੀ, ਆਪਣੇ ਅੰਦਰ ਦਾ ਪ੍ਰੇਮ ਜਣਾਉਂਦੇ ਆ ਗੁਰਾਂ ਦੇ ਤਾਈ ਬੇਨਤੀ ਕਰਨ ਲੱਗਾ ਵੀ ਹੇ ਗੁਰੂ ਗਰੀਬ ਨਵਾਜ, ਦੂਰ ਅਦਕ ਤੇ ਮੈਂ ਚਲ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਬੜੀ ਦੂਰ ਤੋਂ ਸਾਧ ਸੰਗਤ ਜੀ ਗਿਆਨੀ ਗਿਆਨ ਸਿੰਘ ਜੀ ਨੇ ਤਾਂ ਜੇਲਮ ਦੇ ਲਾਗੇ ਟਾਂਡਾ ਨਗਰ ਲਿਖਿਆ ਹੈ, ਪਰ ਕਈਆਂ ਨੇ ਇਹ ਖੋਜ ਕੀਤੀ ਹੈ ਵੀ ਜਿੱਥੇ ਹੁਣ ਆਂਧਰਾ ਪ੍ਰਦੇਸ਼ ਹੈ, ਜੋ ਇਹ ਬੰਦਰਗਾਹ ਜਿੱਥੇ ਸਮੁੰਦਰ ਦੇ ਨੇੜੇ ਦੇ ਇਲਾਕੇ ਹਨ, ਉਹ ਜੋ ਉਹਨੂੰ ਵਿਜੇਵਾੜਾ ਜਾਂ ਵਿਜੇ ਨਗਰ ਕਹਿੰਦੇ ਸੀ, ਭਾਵ ਕਿ ਇੱਥੋਂ ਬਹੁਤ ਦੂਰ ਦੇ ਇਲਾਕੇ ਤੋਂ ਮੱਖਣ ਸ਼ਾਹ ਆਇਆ, ਉੱਧਰ ਰਹਿੰਦਾ ਸੀ। ਹਾਂ, ਬਾਅਦ ਵਿੱਚ ਇਹਨਾਂ ਦੇ ਪਰਿਵਾਰ ਦੇ ਜੀ ਇੱਧਰ ਆ ਕੇ ਵੀ ਰਹਿਣ ਲੱਗ ਪਏ। ਉਹਦੇ ਇੱਧਰ ਉੜਮੁੜ ਟਾਂਡਾ ਨਗਰ ਹੈ, ਇੱਧਰ ਵੀ ਟਾਂਡੇ ਵਸਦੇ ਹਨ ਲੁਬਾਣਿਆਂ ਦੇ, ਦਿੱਲੀ ਦੇ ਵਿੱਚ ਵੀ ਵਸਦੇ ਨੇ, ਇੱਧਰ ਗੁਜਰਾਤ ਵਿੱਚ ਬਹੁਤ ਟਾਂਡੇ ਰਹਿੰਦੇ ਨੇ, ਲੁਬਾਣੇ ਰਹਿੰਦੇ ਹਨ। ਫਿਰ ਜੋ ਸੌਰਾਸ਼ਟਰਾ ਬਣਿਆ ਹੈ ਉੱਥੇ, ਤੇ ਜੋ ਚੇਨਈ ਆਦਿਕ ਦਾ ਇਲਾਕਾ ਹੈ, ਤੇ ਜਾਂ ਹੁਣ ਜੇਲਮ ਜੋ ਪਾਕਿਸਤਾਨ ਵੱਲ ਰਹਿ ਗਿਆ, ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਲੁਬਾਣੇ ਸ਼ਰਧਾ ਵਾਲੇ ਸਿੱਖ ਵਸਦੇ ਨੇ। ਤੇ ਮੱਖਣ ਸ਼ਾਹ ਕਹਿੰਦਾ ਮਹਾਰਾਜ ਮੈਨੂੰ ਬਹੁਤ ਦੂਰ ਤੋਂ ਆਏ ਨੂੰ ਤੇ ਬਹੁਤ ਸਮਾਂ ਹੋ ਗਿਆ ਹੁਣ, ਵਾਂਛਤ ਰਾਵਰ ਦਰਸ਼ਨ ਪਾਇਓ, ਤੇ ਮਹਾਰਾਜ ਜੋ ਮੇਰੇ ਦਿਲ ਦੀ ਇੱਛਾ ਸੀ ਨਾ ਘਰੋਂ ਤੁਰਦਿਆਂ, ਉਹ ਮੇਰੀ ਇੱਛਾ ਪੂਰੀ ਹੋਈ, ਤੁਹਾਡੇ ਦਰਸ਼ਨ ਕਰ ਲਏ ਹਨ। ਭਇਓ ਕਿਰਤਾਰਥ ਅਬ ਸਭ ਭਾਂਤੀ, ਹਰ ਤਰ੍ਹਾਂ ਕਰਕੇ ਮੇਰਾ ਤਾਂ ਮਹਾਰਾਜ ਇੱਥੇ ਆਉਣਾ ਸਫਲ ਹੋ ਗਿਆ, ਮੇਰਾ ਜੀਵਨ ਸਫਲ ਹੋ ਗਿਆ। ਹੱਥ ਸੰਸੈ ਭਾ ਸੀਤਲ ਛਾਤੀ, ਜਿਹੜਾ ਸੰਸਾ ਸੀ ਪਿਓ ਇੱਥੇ 22 ਜਾਣੇ ਤਾਂ ਗੁਰੂ ਬਣ ਬੈਠੇ ਸਨ, ਵੀ ਗੁਰੂ ਸੱਚਾ ਕਿਹੜਾ ਹੈ, ਉਹ ਸੰਸਾ ਮਹਾਰਾਜ ਤੁਹਾਡੇ ਪ੍ਰਗਟ ਹੋਣ ਦੇ ਨਾਲ ਦੂਰ ਹੋ ਗਿਆ ਏ। ਤੇ ਜਿਹੜੀ ਮੇਰੀ ਛਾਤੀ ਤਪ ਰਹੀ ਸੀ, ਉਹ ਛਾਤੀ ਵੀ ਮੇਰੀ ਸੀਤਲ ਹੋ ਗਈ, ਅੰਦਰ ਠੰਡ ਵਰਤ ਗਈ ਹੈ। ਚਰਨ ਕਾਲ ਭਾਤ ਜੇ ਨਕੇਤ, ਤੇ ਮਹਾਰਾਜ ਮੈਨੂੰ ਆਪਣਾ ਘਰ ਛੱਡ ਕੇ ਆਏ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਏ। ਚਲਿਓ ਚਹਤ ਤੁਮ ਨਾਮ ਸਮੇਤ, ਤੇ ਮਹਾਰਾਜ ਸਾਹਿਬ ਜੀ ਤੁਹਾਡਾ ਨਾਮ ਜਪਦਾ ਹੋਇਆ, ਤੁਹਾਡੇ ਨਾਮ ਦਾ ਸਿਮਰਨ ਕਰਦਾ ਹੋਇਆ ਰਾਤ ਦਿਨ ਮੈਂ ਵਾਪਸ ਹੁਣ ਰਸਤੇ 'ਚ ਆਪਣੇ ਘਰੇ ਆਪਣੇ ਨਗਰ ਨੂੰ ਜਾਣਾ ਚਾਹੁੰਦਾ ਹਾਂ। ਸੁਨ ਸਤਿਗੁਰ ਕਹੇ ਸਹਿਜ ਸੁਭਾਏ, ਜਦੋਂ ਮੱਖਣ ਸ਼ਾਹ ਨੇ ਘਰ ਜਾਣ ਦੀ ਗੱਲ ਪ੍ਰਗਟ ਕੀਤੀ ਤਾਂ ਸਹਿਜ ਸੁਭਾਅ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਹਿਣ ਲੱਗੇ, ਹਮ ਤੇ ਭੀ ਇਤ ਬਸਿਓ ਨ ਜਾਏ, ਕਹਿਣ ਲੱਗੇ ਮੱਖਣ ਸ਼ਾਹ ਖਲੋ ਜਾ, ਠਹਿਰ ਜਾ, ਇਕੱਠੇ ਹੀ ਚੱਲਦੇ ਆ, ਸਾਡੇ ਕੋਲ ਵੀ ਹੁਣ ਇੱਥੇ ਬਕਾਲੇ ਨਗਰ ਵਿੱਚ ਹੋਰ ਨਹੀਂ ਵਸਿਆ ਜਾਂਦਾ। ਤਜੇ ਦੇਸ਼ ਹੋਏ ਸਤ ਦਰਵ ਭਾ,
ਅਸੀਂ ਇਉਂ ਚਾਹੁੰਦੇ ਆ ਵੀ ਆ ਦੇਸ਼ ਹੀ ਛੱਡ ਕਰਕੇ ਤੇ ਸਤਲੁਜ ਦਰਿਆ ਲੰਘ ਕੇ ਕਿਤੇ ਪਹਾੜਾਂ ਭੂੜਾਂ ਜੇ ਇਕਾਂਤ ਵਿੱਚ ਜਾ ਕੇ ਵਸੀਏ। ਤਾਹੂ ਕਰਾਂਗੇ ਆਪਨ ਅਗਾਰ, ਕਿਤੇ ਜਾ ਕੇ ਵੇਖ ਕੇ ਇਕਾਂਤ ਦਾ ਸਥਾਨ ਆਪਣਾ ਘਰ ਬਣਾ ਲਵਾਂਗੇ। ਮਤ ਸਰ ਇਹਾਂ ਕਰਤ ਹੈ ਘਨੇ, ਇੱਥੇ ਕਿਉਂਕਿ ਈਰਖਾ ਕਰਦੇ ਆ, ਸਿੱਖ ਸੰਗਤ ਆਉਂਦੀ ਆ ਵੇਖ ਕੇ ਸੋਢੀਆਂ ਕੋ ਜਰਿਆ ਨਹੀਂ ਜਾਂਦਾ, ਕੋਈ ਇੱਕ ਦੋ ਇੱਥੇ ਰਹਿੰਦਾ ਜਾਂ ਕੋਈ ਜਿਨ੍ਹਾਂ ਨੂੰ ਦੂਜੇ ਥਾਵਾਂ ਤੇ ਵੀ ਖਬਰ ਜਾਂਦੀ ਆ ਉਹ ਸੜਦੇ ਬਲਦੇ ਨੇ ਇੱਥੇ ਸੰਗਤਾਂ ਦੇ ਆਉਣ ਕਰਕੇ। ਆਸ ਨਾ ਹੋਏ ਕੋ ਜਾਵੇ ਹਨੇ, ਇਹ ਨਾ ਹੋਵੇ ਵੀ ਇੱਥੇ ਐਵੇਂ ਵੈਰ ਪੈ ਜੇ, ਕਿਸੇ ਦਾ ਕੋਈ ਮਰ ਮਰਾਈ ਜਾਵੇ। ਸਿੱਖ ਸੇਵਕ ਤੇਰੇ ਵਰਗੇ ਸਾਡੇ ਵੀ ਬਹੁਤ ਆਉਂਦੇ ਆ ਵੀ ਐਵੇਂ ਕੋਈ ਸੋਢੀ ਨੂੰ ਮਾਰ ਦੇਣ। ਇਹ ਹੁਣ ਇੱਥੇ ਬਾਬੇ ਬਕਾਲੇ 'ਚ ਰਹਿਣਾ ਨਹੀਂ, ਇੱਥੋਂ ਦੇ ਲੋਕ ਜਿਹੜੇ ਹਨ ਸੋਢੀਆਂ ਨੇ ਈਰਖਾ ਕਰਦੇ ਹਨ। ਜਹਾਂ ਸ਼ਾਂਤ ਹੋਏ ਬਿਨਾ ਬਖੇਰੇ, ਜਿੱਥੇ ਸ਼ਾਂਤੀ ਹੋਵੇ, ਮਹਾਰਾਜ ਕਹਿੰਦੇ ਜਿਸ ਥਾਂ ਤੇ ਕੋਈ ਝਗੜਾ ਬਖੇੜਾ ਨਾ ਹੋਵੇ, ਤਹਾਂ ਕੁਸ਼ਲ ਹਵੇ ਬਸਹੇ ਕੇਰੇ। ਉੱਥੇ ਕੁਸ਼ਲਤਾ ਦੇ ਨਾਲ ਸੁਖ ਸ਼ਾਂਤੀ ਦੇ ਨਾਲ ਅਸੀਂ ਬਹੁਤਾ ਸਮਾਂ ਵਸਾਂਗੇ। ਸ੍ਰੀ ਹਰਿ ਕ੍ਰਿਸ਼ਨ ਬਾਤ ਕੇ ਕਹੇ, ਕਿਉਂਕਿ ਬਾਬੇ ਬਕਾਲੇ ਸਾਹਿਬ ਵਿੱਚ ਇਦਾਂ ਦੀ ਗੱਲ ਬਣ ਗਈ ਵੀ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਚਨ ਕਹੇ ਨਾ ਸੱਚਖੰਡ ਜਾਂਦੇ ਆ। ਰਾਮ ਬਕਾਲੇ ਗੁਰਤਾ ਲਹੇ, ਵੀ ਜਿਨ੍ਹਾਂ ਨੂੰ ਗੁਰਤਾ ਅਸੀਂ ਦਿੰਨੇ ਆ ਵੀ ਉਹ ਬਕਾਲੇ ਨਗਰ ਦੇ ਵਿੱਚ ਵਸਦੇ ਹਨ। ਜਾਂ ਤੇ ਇਹ ਬਸਨ ਸਭ ਚਾਹੇ, ਇਸ ਕਰਕੇ ਮਹਾਰਾਜ ਕਹਿੰਦੇ ਵੀ ਸਾਰੇ ਇੱਥੇ ਹੀ ਵਸਣਾ ਚਾਹੁੰਦੇ ਆ। ਹਰ ਕੋਈ ਚਾਹੁੰਦਾ ਵੀ ਮੈਂ ਹੀ ਗੁਰੂ ਬਣ ਜਾਵਾਂ। ਲੋਕਾਂ ਨੂੰ ਸੰਗਤਾਂ ਨੂੰ ਕਹਾ ਵੀ ਉਹ ਬਚਨ ਮੇਰੇ ਪ੍ਰਥਾਈ ਕਹੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ। ਮਤੇ ਦਵੈਸ਼ ਪੁਨ ਆਪਸ ਮਾਹ, ਤੇ ਇੱਥੇ ਜਿਉਂ ਜਿਉਂ ਆਉਂਦੇ ਜਾਂਦੇ ਆਪਸ ਵਿੱਚ ਦਵੈਸ਼ ਕਲੇ ਕਲੇਸ਼ ਝਗੜੇ ਵੱਧਦੇ ਜਾਂਦੇ ਆ। ਮਾਇਆ ਝਗੜੇ ਦਾ ਕਾਰਨ ਹੈ ਸਾਰੀ। ਆਗੇ ਧੀਰ ਮਲ ਬਹੁ ਕੀਨ, ਮਹਾਰਾਜ ਕਹਿੰਦੇ ਵੇਖ ਮੱਖਣ ਸ਼ਾਹ ਪਹਿਲਾਂ ਵੀ ਧੀਰ ਮੱਲਿਆ, ਕਿੰਨਾ ਬਖੇੜਾ ਕੀਤਾ, ਕਿੰਨਾ ਲੜਾਈ ਝਗੜਾ ਜਿਹਾ ਹੋਇਆ ਏ। ਕਹਾਂ ਲਾਭ ਹੋਇਓ ਦੁਖ ਭੀਨ, ਦੱਸੋ ਲੋਭ ਵਸ ਹੋ ਕੇ ਜਿਹੜਾ ਉਹਨੇ ਕਰਮ ਕੀਤਾ ਉਹਨੂੰ ਕੀ ਲਾਭ ਹੋਇਆ? ਦੁਖੀ ਹੋ ਕੇ ਗਿਆ ਇੱਥੋਂ। ਐਵੇਂ ਬਦਨਾਮੀ ਹੀ ਕੀਤੀ ਹੈ ਆਪਣੀ, ਉਸਨੇ ਬਦਨਾਮੀ ਕੀਤੀ, ਆਪਣੇ ਸਿਰ ਵਿੱਚ ਹਾਥੀ ਵਾਂਗ ਆਪ ਖੇਪਵਾ ਲਈ। ਐਮ ਕਹੈ ਸ੍ਰੀ ਸਤਿਗੁਰ ਭੇਟਿਆ, ਇਦਾਂ ਦੇ ਕੁਝ ਬਚਨ ਬਲਾਸ ਨਾਵੇਂ ਪਾਤਸ਼ਾਹ ਨੇ ਕੀਤੇ ਵੀ ਇੱਥੇ ਨਹੀਂ ਅਸੀਂ ਹੁਣ ਵਸਣਾ, ਇੱਥੇ ਬਹੁਤ ਈਰਖਾ ਹੋ ਰਹੀ ਹੈ ਸਾਡੇ ਨਾਲ। ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬਾ ਬਕਾਲਾ ਸਾਹਿਬ ਨਗਰ ਛੱਡਣ ਲਈ ਤਿਆਰ ਹੋ ਗਏ। ਜਨਨੀ ਸੌ ਤਬ ਕੀਨ ਉਚਾਰ, ਆਪਣੀ ਜਨਮਦਾਤੀ ਮਾਤਾ ਸ੍ਰੀ ਨਾਨਕੀ ਜੀ ਨੂੰ ਵੀ ਇਹ ਆਪਣਾ ਖਿਆਲ ਕਿਆ ਪ੍ਰਗਟ ਕਰ ਦਿੱਤਾ। ਪਰਗਰਾਮ ਬਸਬੋ ਅਬ ਬਨੈ, ਇਹ ਕਿਹਾ ਵੀ ਇਹ ਮਾਤਾ ਜੀ ਹੁਣ ਇੱਥੇ ਨਹੀਂ ਸਾਥੋਂ ਰਹਿ ਹੁੰਦਾ, ਕਿਸੇ ਹੋਰ ਥਾਂ ਤੇ ਆਪਣਾ ਨਗਰ ਬਣਾ ਕੇ ਆਪਾਂ ਵਸਦੇ ਆਂ। ਦਵੈਸ਼ੀ ਦਵੈਸ਼ ਕਰਤ ਇਤ ਘਨੈ, ਆ ਜਿਹੜੇ ਈਰਖਾਲੂ ਹਨ, ਜਿਹੜੇ ਗੁਰੂ ਘਰ ਦੇ ਵਿਰੋਧੀ ਨੇ, ਬਹੁਤ ਵੈਰ ਵਿਰੋਧ ਕਰਦੇ ਨੇ ਤੇ ਸਾਨੂੰ ਇਹ ਚੰਗਾ ਨਹੀਂ ਲੱਗਦਾ। ਇੱਥੇ ਇਤਿਆਦਿਕ ਕਹਿ ਕੈ ਸੰਗ ਮਾਤ, ਇਤਿਆਦਿਕ ਬਹੁਤ ਬਚਨ ਬਲਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੇ ਨਾਲ ਕਹੇ। ਸੁਖਤੇ ਸਤਿਗੁਰ ਬਿਤੀ ਸੋਰਾਤ, ਇਹ ਆਪਣੇ ਦਿਲ ਦੀ ਗੱਲ ਪ੍ਰਗਟ ਕਰਕੇ ਵੀ ਅਸੀਂ ਇੱਥੇ ਵਸਣਾ ਨਹੀਂ, ਵੀ ਇਹ ਈਰਖਾ ਕਰਦੇ ਆ। ਜਿੱਥੇ ਈਰਖਾ ਹੋਵੇ ਭਲੇ ਪੁਰਖਾਂ ਨੂੰ ਵਸਣਾ ਔਖਾ ਹੋ ਜਾਂਦਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਤੋਂ ਭਲਾ ਤਾਂ ਕੋਈ ਹੋ ਹੀ ਨਹੀਂ ਸਕਦਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਈਰਖਾ ਕਰਦੇ ਨੇ ਬਕਾਲੇ ਵਿੱਚ ਆ ਕੇ ਸਾਡੇ ਨਾਲ, ਅਸੀਂ ਨਹੀਂ ਇੱਥੇ ਵਸਣਾ। ਇਹ ਬਚਨ ਕਰਕੇ ਮਾਤਾ ਨਾਲ ਰਾਤ ਮਹਾਰਾਜ ਸੁੱਖ ਨਾਲ ਬਰਾਜ ਗਏ। ਬਤੀਤ ਹੋਈ ਰਾਤ ਸਾਰੀ। ਭਈ ਪ੍ਰਭਾਤ ਸੋਚ ਸਭ ਕੀ, ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ ਸਤਿਗੁਰਾਂ ਨੇ ਸਰੋਵਰ ਦੇ ਜਲ ਵਿੱਚ। ਵਚਨ ਕਰਿਓ ਪਹਿਰ ਪਟ ਲੀ, ਇਸ਼ਨਾਨ ਕਰਨ ਤੋਂ ਬਾਅਦ ਮਹਾਰਾਜ ਨੇ ਕਿਰਿਆ ਸੋਧ ਕੇ ਤੇ ਚੋਲਾ ਪਹਿਨ ਲਿਆ ਸੋਹਣਾ ਕਲੀਆਂ ਵਾਲਾ, ਕਮਰ ਕੱਸਾ ਕਰਕੇ ਗਾਤਰੇ ਸ੍ਰੀ ਸਾਹਿਬ ਪਹਿਨ ਲਈ ਵੱਡੀ। ਮਾਤ ਨਾਨਕੀ ਲਖ ਸਭ ਬਾਤ, ਇਧਰ ਸ੍ਰੀ ਮਾਤਾ ਨਾਨਕੀ ਜੀ ਵੀ ਸਾਰੀ ਗੱਲਬਾਤ ਸਮਝ ਗਏ ਵੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤੇ ਚਾਹੁੰਦੇ ਹਨ। ਨਹਿ ਬੇਕੀ ਮਰਜ਼ੀ ਤਾਤ, ਮਾਤਾ ਸੋਚਦੀ ਹੈ ਵੀ ਮੇਰੇ ਪੁੱਤਰ ਦੀ ਹੁਣ ਇੱਥੇ ਰਹਿਣ ਦੀ ਮਰਜ਼ੀ ਨਹੀਂ, ਇੱਥੇ ਇੱਛਾ ਨਹੀਂ ਹੈ ਬਕਾਲੇ ਵਿੱਚ ਰਹਿਣ ਦੀ। ਘਰ ਕੀ ਵਸਤ ਸਰਬ ਸੰਭਵਾਈ, ਇਹ ਸੋਚ ਕੇ ਮਾਤਾ ਨੇ ਦਾਸਾਂ ਨੂੰ ਕਹਿ ਕੇ ਵੀ ਜੋ ਵੀ ਘਰ ਦੀਆਂ ਵਸਤੂਆਂ ਇਹ ਸਾਂਭ ਲਓ, ਪਤਾ ਨਹੀਂ ਇਹਨਾਂ ਦਾ ਆਖਣ ਵੀ ਇਹ ਵੀ ਛੱਡ ਜੋ। ਇਹ ਛੇਤੀ ਛੇਤੀ ਮਾਤਾ ਜੀ ਕਹਿੰਦੇ ਵੀ ਵਸਤੂਆਂ ਕੰਮ ਆਉਣਗੀਆਂ, ਇਹ ਸਾਰਾ ਕੁਝ ਸੇਵਕੋ ਸੰਭਾਲ ਲਵੋ। ਕਾਲ ਕੀ ਵਸਤ ਜੋ ਹਾਈ, ਜਦੋਂ ਸਮਾਨ ਇਕੱਠਾ ਕਰ ਰਹੇ ਸਨ ਤਾਂ ਮਾਤਾ ਜੀ ਅੰਦਰ ਬਰਾਗ ਆਉਣਾ ਸੁਭਾਵਿਕ ਸੀ। ਇੱਕ ਤਾਂ ਪੇਕਾ ਘਰ ਹੈ,
ਬਚਪਨ ਦੇ ਵਿੱਚ ਵੀ ਇੱਥੇ ਹੀ ਬਤੀਤ ਕੀਤਾ ਸਮਾਂ। ਫਿਰ ਚਿਰੰਕਾਲ 27 ਸਾਲ ਹੋ ਗਏ ਨੇ ਜਦੋਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਗਏ ਨੇ। ਉਦੋਂ ਦਾ ਹੀ ਮਹਾਰਾਜ ਦੀ ਆਗਿਆ ਦੇ ਨਾਲ ਇੱਥੇ ਹੀ ਵਸ ਰਹੇ ਸਨ। ਇਹ 27 ਸਾਲ ਦੇ ਕਰੀਬ ਦਾ ਸਮਾਂ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ ਨੇ ਇੱਥੇ ਭੋਰਾ ਸਾਹਿਬ ਦੇ ਨੇੜੇ ਬਤੀਤ ਕੀਤਾ। ਚਿਤ ਚਹਿਤ ਤਿਆਗ ਬੇਗ੍ਰਮ, ਆਪਣੇ ਚਿੱਤ ਦੇ ਵਿੱਚ ਇੱਛਾ ਨਹੀਂ ਹੈ ਵੀ ਅਸੀਂ ਇਹ ਨਗਰ ਹੁਣ ਛੱਡ ਕੇ ਜਾਈਏ, ਕਿਉਂਕਿ ਮੋਹ ਲੱਗ ਗਿਆ, ਪ੍ਰੇਮ ਹੈ, ਨਾਲੇ ਮਾਪਿਆਂ ਦਾ ਨਗਰ ਹੈ, ਨਾਲੇ 27 ਸਾਲ ਹੋ ਗਏ ਨੇ ਰਹਿੰਦਿਆਂ ਨੂੰ। ਪਤ ਪਾਸ਼ੇ ਬਾਸੀ ਕਰ ਧੰਮ, ਮਾਂ ਸੋਚਦੀ ਹੈ ਮਹਾਰਾਜ ਦੀ ਵੀ ਆਪਣੇ ਸੁਆਮੀ ਗੁਰੂ ਹਰਗੋਬਿੰਦ ਸਾਹਿਬ ਦੇ ਜਾਣ ਤੋਂ ਪਿੱਛੋਂ ਇੱਥੇ ਹੀ ਤਾਂ ਅਸੀਂ ਵਾਸ ਰੱਖਿਆ ਆਪਣਾ। ਤਉ ਜਾਨ ਸਭ ਰੀਤ ਲਚਾਰੀ, ਪਰ ਫੇਰ ਵੀ ਇਹ ਜਾਣ ਕੇ ਵੀ ਹੁਣ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਹੈ ਤਾਂ ਮੈਨੂੰ ਜਾਣਾ ਹੀ ਪਵੇਗਾ। ਬੇਵਸੀ ਦੇ ਨਾਲ ਸਭ ਤਿਆਰ ਹੋ ਗਏ। ਵਸਤ ਸੰਭਾਰਤ ਦ੍ਰਿਗ ਜਲ ਡਾਰੀ, ਨਾਲੇ ਮਾਤਾ ਜੀ ਵਸਤੂਆਂ ਦਾਸਾਂ ਨੂੰ ਕਹਿ ਕਹਿ ਕੇ ਸੰਭਾਲ ਰਹੇ ਨੇ, ਨਾਲੇ ਅੱਖਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਹੈ। ਜੀਨ ਤੁਰੰਗਨ ਪਰ ਸ਼ੁਭ ਪਾਏ, ਘੋੜੇ ਦੇ ਉੱਤੇ ਸੋਹਣੀ ਕਾਠੀ ਪਾ ਲਈ। ਮੱਖਣ ਤਿਆਰ ਭਇਓ ਸਹਸਾ, ਭਾਈ ਮੱਖਣ ਸ਼ਾਹ ਲਵਾਣਾ ਆਪਣੇ ਡੇਰੇ 'ਚ ਬੜੀ ਛੇਤੀ ਦੇ ਨਾਲ ਤਿਆਰ ਹੋਇਆ, ਘੋੜੇ ਤੇ ਕਾਠੀ ਪਾ ਕੇ। ਸਭ ਦਾਸਨ ਸੌਕੀਨ ਉਚਾਰੇ, ਤੇ ਆਪਣੇ ਸਾਰਿਆਂ ਸੇਵਕਾਂ ਨੂੰ ਇਸ ਤਰ੍ਹਾਂ ਉਚਾਰ ਕੇ ਮੱਖਣ ਸ਼ਾਹ ਨੇ ਹੁਕਮ ਕਰ ਦਿੱਤਾ। ਸਗਰੀ ਵਸਤ ਸੰਭਾਰੀ, ਕਹਿਣ ਲੱਗਾ ਵੀ ਮੈਂ ਚੱਲਿਆ ਗੁਰੂ ਸਾਹਿਬ ਜੀ ਦੇ ਕੋਲ, ਤੁਸੀਂ ਸਾਰੀਆਂ ਵਸਤੂਆਂ ਸੰਭਾਲ ਕੇ ਲੈ ਆਵੋ। ਗੁਰ ਘਰ ਕੀ ਅਰ ਆਪਣੀ ਜੇਤੀ, ਆ ਜਿੰਨੀਆਂ ਵੀ ਗੁਰੂ ਘਰ ਦੀਆਂ ਵਸਤੂਆਂ ਹੈ, ਭਾਈ ਮੱਖਣ ਸ਼ਾਹ ਆਪਣੇ ਦਾਸਾਂ ਨੂੰ ਕਹਿੰਦਾ ਵੀ ਉਹ ਵੀ ਸਾਰੀਆਂ ਨਾਲ ਲੱਗ ਕੇ ਇਕੱਠੀਆਂ ਕਰੋ, ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਸਾਜੋ ਸਮਾਨ ਇਹ ਵੀ ਸਾਰਾ ਇਕੱਤਰ ਕਰ ਲਵੋ। ਲੈ ਕਰ ਆਵੋ ਬੇਗ ਸਮੇਤੀ, ਤੇ ਬਿਨਾਂ ਕਿਸੇ ਦੇਰੀ ਤੋਂ ਛੇਤੀ ਹੀ ਤੁਸੀਂ ਲੈ ਕਰਕੇ ਆ ਜਾਵੋ ਸਭ ਸਾਜੋ ਸਮਾਨ। ਐਮ ਕਹੇ ਆਨ ਮਿਲਿਓ ਗੁਰ ਸੰਗ, ਇਸ ਤਰ੍ਹਾਂ ਆਪਣੇ ਨੌਕਰਾਂ ਸੇਵਕਾਂ ਨੂੰ ਕਹਿ ਕੇ ਭਾਈ ਮੱਖਣ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਣ ਮਿਲਿਆ। ਤੀਨ ਸੰਬੰਧਨ ਉਤਰ ਤੁਰੰਗ, ਘੋੜੇ ਤੋਂ ਉਤਰ ਕੇ ਗੁਰਾਂ ਦੇ ਨੇੜੇ ਆ ਕੇ ਨਮਸਕਾਰ ਕੀਤੀ। ਪਾਤਸ਼ਾਹ ਤਿਆਰੀ ਹੈ ਬਸ ਹੁਣ ਤਾਂ। ਹੱਥ ਜੋੜ ਕਰ ਗਿਰਾ ਉਚਾਰੀ, ਤੇ ਦੋਵੇਂ ਹੱਥ ਜੋੜ ਕਰਕੇ ਨਾਵੇਂ ਪਾਤਸ਼ਾਹ ਨੂੰ ਮੱਖਣ ਸ਼ਾਹ ਕਹਿਣ ਲੱਗਾ, ਚਲੋ ਆਪ ਨਹਿ ਕਰੋ ਅਵਾਰੀ। ਮਹਾਰਾਜ ਹੁਣ ਦੇਰ ਨਾ ਲਾਈਏ, ਫਿਰ ਤੁਸੀਂ ਵੀ ਆਪਣੀ ਸਵਾਰੀ ਦੇ ਉੱਤੇ ਚੜ ਜਾਵੋ ਤੇ ਆਪਾਂ ਮਾਰਗ 'ਚ ਚੱਲੀਏ ਜਿੱਥੇ ਜਾਣਾ ਚਾਹੁੰਦੇ ਹੋ। ਸਲਤਾ ਤਰਨੀ ਪਰ ਚੜ ਤਰਨੀ, ਆਪਾਂ ਚੱਲ ਕੇ ਮਹਾਰਾਜ ਪਹਿਲਾਂ ਹੀ ਬਿਆਸ ਦਰਿਆ ਦੇ ਕੰਢੇ ਤੇ ਪਹੁੰਚਦੇ ਆ। ਸਲਤਾ ਤਰਨੀ ਪਰ ਚੜ ਤਰਨੀ, ਉਸ ਜਿੱਥੇ ਨਦੀ ਦੇ ਤਰਨ ਵਾਸਤੇ, ਪਾਰ ਦੇ ਹੋਣ ਵਾਸਤੇ ਪੱਤਣ ਤੋਂ ਮਹਾਰਾਜ ਬੇੜੀ ਤੇ ਚੜ ਕੇ ਪਾਰ ਜਾਣਾ ਹੈ, ਉੱਥੇ ਪਹੁੰਚੀਏ ਆਪਾਂ। ਮਿਲੇ ਆਏ ਸਭ ਵਸਤ ਸੰਭਾਲੀ, ਇਹ ਬਾਕੀ ਸਭ ਸਿੱਖ ਸੇਵਕ ਵਸਤੂਆਂ ਸੰਭਾਲ ਕੇ ਆਪਾਂ ਨੂੰ ਉੱਥੇ ਹੀ ਆ ਕੇ ਮਿਲ ਪੈਣਗੇ। ਆਪਾਂ ਮਹਾਰਾਜ ਜੀ ਪੱਤਣ ਤੇ ਜਾਣੇ ਆ, ਕੋਈ ਬੇੜੀਆਂ ਵਾਲੇ ਨੂੰ ਇਕੱਠਿਆਂ ਕਰਦੇ ਆ, ਸਾਰਾ ਡੇਰਾ ਪਾਰ ਕਰਨਾ ਹੈ। ਸੁਣ ਸ਼੍ਰੀ ਤੇਗ ਬਹਾਦਰ ਚੰਦ, ਮੱਖਣ ਸ਼ਾਹ ਦੀ ਬੇਨਤੀ ਸੁਣ ਕੇ ਕਲੰਕ ਤੋਂ ਰਹਿਤ ਚੰਦਰਮਾ ਵਰਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੋਹਣੇ ਮੁਖ ਵਾਲੇ ਕਹੇ ਬੜਵਾ ਮੰਗਵਾਏ ਬਿਲੰਦ, ਆਪਣੀ ਅਸਵਾਰੀ ਵਾਸਤੇ ਮਹਾਰਾਜ ਨੇ ਬਹੁਤ ਬਲੀ ਤੇ ਤਗੜੀ ਘੋੜੀ ਮੰਗਵਾਈ ਹੈ ਵੀ ਸਾਡੀ ਅਸਵਾਰੀ ਲਈ ਇਹੀ ਲੈ ਕੇ ਆਵੋ। ਸਜਤ ਜ਼ੀਨ ਜੋ ਤਲੇ ਕਰ ਆਵਾ, ਘੋੜੀ ਦੇ ਉੱਤੇ ਸੋਹਣੀ ਆਰਾਮਦਾਇਕ ਕਾਠੀ ਸਜਾਈ ਹੈ। ਸੇਵਕ ਤੁਰੰਤ ਹੀ ਮਹਾਰਾਜ ਦੇ ਕੋਲ ਲੈ ਕੇ ਆ ਗਿਆ। ਆਗੇ ਖਰੋ ਦਾਸ ਦ੍ਰਿਸ਼ਟਾਵਾ, ਤੇ ਸੇਵਕ ਮਹਾਰਾਜ ਦੇ ਸਾਹਮਣੇ ਅੱਗੇ ਆ ਕੇ ਜਦੋਂ ਖਲੋਤਾ, ਸਤਿਗੁਰਾਂ ਨੇ ਵੇਖਿਆ ਵੀ ਘੋੜੀ ਲੈ ਕੇ ਸੇਵਕ ਆਣ ਵੀ ਪਹੁੰਚਿਆ ਏ। ਸ੍ਰੀ ਨਾਨਕ ਕੋ ਤਬਹਿ ਮਨਾਏ, ਉਸ ਵੇਲੇ ਇਸ ਪਾਵਨ ਸਥਾਨ ਤੋਂ ਭੋਰਾ ਸਾਹਿਬ ਜਿੱਥੇ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਬੰਦਗੀ ਕੀਤੀ, ਫਿਰ ਪ੍ਰਗਟ ਹੋਏ ਗੁਰੂ ਰੂਪ ਦੇ ਵਿੱਚ। ਇਸ ਅਸਥਾਨ ਤੋਂ ਮਹਾਰਾਜ ਤੁਰਨ ਲੱਗੇ ਨੇ। ਅਰਦਾਸਾ ਨਾਵੇਂ ਪਾਤਸ਼ਾਹ ਨੇ ਸੋਧਿਆ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਤੀਕਰ ਸਭ ਗੁਰਾਂ ਨੂੰ ਮਨਾਇਆ ਹੈ। ਮਨਾਉਣ ਤੋਂ ਭਾਵ
ਵੀ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਹੈ ਵੀ ਹੇ ਮਹਾਰਾਜ ਗੁਰੂ ਨਾਨਕ ਸਾਹਿਬ ਸਹਾਈ ਹੋਇਓ ਰਸਤੇ ਵਿੱਚ। ਔਰ ਸ਼੍ਰੀ ਤੇਗ ਬਹਾਦਰ ਰਾਏ ਤੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਕੇ ਉੱਠ ਗਏ। ਗੁਰੂ ਤੇਗ ਬਹਾਦਰ ਸਾਹਿਬ ਜੋ ਰਾਜਾ ਰੂਪ ਪ੍ਰਕਾਸ਼ ਰੂਪ ਹਨ। ਲੈ ਮੱਖਣ ਕੋ ਆਪਣੇ ਸੰਗ ਮੱਖਣ ਸ਼ਾਹ ਲਬਾਣੇ ਸਿੱਖ ਨੂੰ ਆਪਣੇ ਨਾਲ ਲੈ ਕੇ ਚੜੇ ਤੁਰੰਗਨ ਪਰ ਸ਼ੁਭ ਰੰਗ। ਮਹਾਰਾਜ ਸਾਹਿਬ ਜੀ ਸੋਹਣੇ ਰੰਗ ਦੀ ਜੋ ਘੋੜੀ ਅਸਵਾਰੀ ਆ ਮਹਾਰਾਜ ਉਸ ਤੇ ਅਸਵਾਰ ਹੋ ਗਏ। ਦਾਸ ਸ਼ੋਰ ਤਬ ਬਾਗ ਗਹਾਈ ਜਿਹੜਾ ਦਾਸ ਜੀ ਦਾਸ ਸ਼ੋਰ ਤਬ ਬਾਗ ਗਹਾਈ, ਜਿਹੜੀਆਂ ਵਾਗਾਂ ਦਾਸ ਨੇ ਫੜੀਆਂ ਸੀ ਉਹਨੇ ਛੱਡ ਦਿੱਤੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਾਜਾ ਉਹ ਘੋੜੀ ਦੀਆਂ ਵਾਗਾਂ ਆਪਣੇ ਕਰ ਕਮਲਾਂ ਦੇ ਵਿੱਚ ਫੜ ਲਈਆਂ। ਮਾਰਗ ਗਮਨ ਕੀਨ ਅਗਵਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪਾਵਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਜਿੱਥੇ ਤਪੱਸਿਆ ਕਰਕੇ ਬੰਦਗੀ ਕਰਕੇ ਮਹਾਰਾਜ ਨੇ ਕਣ ਕਣ ਨੂੰ ਭਾਗ ਲਾਏ। ਕਣ ਕਣ ਦੀ ਧਰਤੀ ਇਸ ਥਾਂ ਦੀ ਪਵਿੱਤਰ ਕੀਤੀ ਜਿੱਥੇ ਅੱਜ ਤੀਕਰ ਵੀ ਆਪ ਸਭ ਸਿੱਖ ਸੰਗਤਾਂ ਸ਼ਰਧਾ ਨਾਲ ਆਉਂਦੇ ਹੋ। ਮਹਾਰਾਜ ਦੇ ਉਸ ਪਾਵਨ ਭੋਰੇ ਦੇ ਦਰਸ਼ਨ ਕਰਦੇ ਹੋ। ਸਤਿਗੁਰੂ ਦੇ ਦਰ ਘਰ ਤੋਂ ਭਾਵਨਾ ਦੇ ਨਾਲ ਕਾਮਨਾ ਪੂਰੀਆਂ ਕਰਦੇ ਹੋ। ਇਹ ਪਾਵਨ ਥਾਂ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਹਾੜ ਵੱਲ ਨੂੰ ਚੱਲ ਪਏ। ਪਾਸ਼ੇ ਮੱਖਣ ਚੜ ਕਰ ਪਿਆਨਾ ਅੱਗੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜਾ ਰਹੇ ਨੇ, ਪਿੱਛੇ ਪਿੱਛੇ ਮੱਖਣ ਸ਼ਾਹ ਲਬਾਣਾ ਘੋੜੇ ਦੇ ਚੜ ਕੇ ਚੱਲ ਪਿਆ। ਸੰਗ ਕਿਤਕ ਅਸਵਾਰ ਸੁਜਾਨਾ ਆ ਕੁਝ ਹੋਰ ਵੀ ਸ਼ਸਤਰ ਧਾਰੀ ਸਿਆਣੇ ਅਸਵਾਰ ਮਹਾਰਾਜ ਦੇ ਨਾਲ ਚੱਲ ਪਏ ਨੇ। ਗੁਜਰੀ ਕੋ ਭਰਾਤਾ ਹੈ ਤੇ ਫਿਰ ਸ੍ਰੀ ਮਾਤਾ ਗੁਜਰੀ ਜੀ ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ ਹਨ ਉਹਨਾਂ ਦਾ ਭਰਾ ਜਿਹਨੂੰ ਮਾਮਾ ਕਿਰਪਾਲ ਚੰਦ ਕਹਿੰਦੇ ਨੇ ਜੋ ਗੁਰੂ ਹਰਿ ਸਾਹਿਬ ਜੀ ਦੀ ਫੌਜ ਵਿੱਚ ਵੀ ਸੈਨਾਪਤੀ ਸਨ, ਉਹ ਵੀ ਚੱਲ ਪਏ ਅਸਵਾਰ ਹੋ ਕੇ ਨਾਲ। ਨਾਮ ਕਿਰਪਾਲ ਤਿਸੀ ਕੋ ਕਾਹੈ ਹਾਂ ਜਿਸ ਦਾ ਨਾਮ ਕਿਰਪਾਲ ਚੰਦ ਕਹਿੰਦੇ ਨੇ, ਮਾਮਾ ਕਿਰਪਾਲ ਚੰਦ ਕਰਕੇ ਨਾਮ ਇਤਿਹਾਸ ਵਿੱਚ ਪ੍ਰਗਟ ਹੈ। ਸੋਤੂ ਰੰਗ ਪਰ ਹਵੇ ਆਸਵਾਰ ਉਹ ਵੀ ਸ਼ਸਤਰ ਧਾਰੀ ਸੂਰਮਾ ਹੈ, ਮਾਤਾ ਗੁਜਰੀ ਜੀ ਦਾ ਭਾਈ ਹੈ, ਘੋੜੇ ਤੇ ਸਵਾਰ ਹੋ ਗਿਆ। ਤਿਆਰੀ ਗੁਰ ਕੀ ਲਾਰ ਤੇ ਫਿਰ ਇਸ ਤੋਂ ਇਲਾਵਾ ਕੀਨ ਤਿਆਰੀ ਗੁਰ ਕੀ ਗੁਰ ਕੀ ਲਾਰ ਮਹਾਰਾਜ ਸਾਹਿਬ ਜੀ ਦੇ ਨਾਲ ਹੀ ਕਿਰਪਾਲ ਚੰਦ ਨੇ ਵੀ ਜਾਣ ਲਈ ਤਿਆਰੀ ਕੀਤੀ ਵੀ ਮਹਾਰਾਜ ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗਾ। ਅਪਰਦਾਸ ਕੇ ਤਕ ਸੰਗ ਹੋਏ ਹੋਰ ਵੀ ਕਈ ਸਿੱਖ ਸੇਵਕ ਜਿਹੜੇ ਦਾਸ ਮਹਾਰਾਜ ਦੇ ਕੋਲ ਰਹਿੰਦੇ ਸਨ ਉਹ ਵੀ ਨਾਲ ਚੱਲਣ ਲਈ ਤਿਆਰ ਹੋ ਗਏ। ਤਕ ਵਸਤ ਸੰਭਾਰਤ ਜੋਏ ਕਈ ਵੇਖ ਵੇਖ ਕੇ ਵਸਤੂਆਂ ਸੰਭਾਲ ਰਹੇ ਨੇ ਵੀ ਕੋਈ ਘਰ ਦੀ ਵਸਤੂ ਰਹਿ ਨਾ ਜਾਵੇ, ਲੰਗਰ ਭੋਜਨ ਪ੍ਰਸ਼ਾਦਾ ਪਕਾਉਣ ਦੇ ਭਾਂਡੇ ਬਰਤਨ ਵੀ ਲੈ ਜਾਈਏ। ਸਨੇ ਸਨੇ ਸ੍ਰੀ ਸਤਿਗੁਰ ਚੱਲਦੇ ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਹਿਜੇ ਚੱਲ ਰਹੇ ਹਨ। ਕਰਿਓ ਬਹੀਰ ਦਾਸ ਬਹੁ ਨਾਲੇ ਤੇ ਵਹੀਰ ਪਿੱਛੇ ਚੱਲ ਪਿਆ ਸਹਿਜੇ ਅੱਗੇ ਮਹਾਰਾਜ ਮੱਖਣ ਸ਼ਾਹ ਫਿਰ ਕਿਰਪਾਲ ਚੰਦ ਹੋਰ ਸੇਵਕ ਹੋਰ ਦਾਸ ਸਾਜੋ ਸਮਾਨ ਦੇ ਗੱਡੇ ਸਾਰੇ ਹੀ ਮਗਰ ਚੱਲ ਪਏ। ਇੱਕ ਅੱਗੇ ਇੱਕ ਪਾਛੈ ਆਏ ਕੋਈ ਸੇਵਕ ਅੱਗੇ ਜਾ ਰਿਹਾ ਕੋਈ ਪਿੱਛੇ ਜਾ ਰਿਹਾ, ਅੱਗੇ ਪਿੱਛੇ ਹੋ ਕੇ ਸਾਰੇ ਹੀ ਤੁਰ ਪਏ। ਨਮਨੇ ਹਿਮ ਔਰ ਸ਼ੋਭ ਉਪਾਏ ਤੇ ਜਿਹੜੇ ਸਿੱਖ ਸੇਵਕ ਹੈ ਜਦੋਂ ਬਾਬਾ ਬਕਾਲਾ ਸਾਹਿਬ ਨਗਰ ਛੱਡਿਆ ਤਾਂ ਤੁਰਦੇ ਸਮੇਂ ਬਹੁਤ ਹੀ ਸ਼ੋਕ ਪੈਦਾ ਕੀਤਾ, ਬੜੇ ਦੁਖੀ ਹੋ ਗਏ। ਦੇ ਵਿਚਾਰ ਹੈ ਗੁਰਤਾ ਗਾਤੀ ਦਿਲ ਵਿੱਚ ਸੋਚਦੇ ਨੇ ਵੀ ਵੇਖੋ ਜੋ ਗੁਰਤਾ ਗੱਦੀ ਦੀ ਦਾਤ ਹੈ। ਭਾਈ ਬਿਦਤ ਸਿੱਖਿਆਨ ਅਹਲਾਦੀ ਕਿੰਨੇ ਸਮੇਂ ਬਾਅਦ ਇੱਥੇ ਬਾਬਾ ਬਕਾਲਾ ਸਾਹਿਬ ਨਗਰ ਦੇ ਵਿੱਚ ਉਹ ਹੁਣ ਪ੍ਰਗਟ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਗੁਪਤੀ ਰਹੇ ਨੇ ਕਿੰਨਾ ਸਮਾਂ। ਮਸਾਂ ਹੀ ਸੇਵਕ ਦਾਸ ਕਹਿੰਦੇ ਵੀ ਹੁਣ ਪ੍ਰਗਟ ਹੋਏ ਸਨ, ਜਿਨ੍ਹਾਂ ਦੇ ਪ੍ਰਗਟ ਹੋਣ ਦੇ ਨਾਲ ਜੋ ਸਿੱਖ ਸੰਗਤਾਂ ਬੜੀਆਂ ਆਨੰਦ ਵਿੱਚ ਆ ਗਈਆਂ। ਤਾਉ ਸ਼ਰੀਕਾ ਸੋਢੀ ਕਰੈ ਪਰ ਫੇਰ ਵੀ ਵੇਖੋ ਵੀ ਦਾਸ ਕਹਿੰਦੇ ਆ ਵੀ ਇਹ ਜਿਹੜੇ ਸੋਢੀ ਹਨ ਮਹਾਰਾਜ ਨਾਲ ਸ਼ਰੀਕਾ ਕਰਦੇ ਰਹੇ। ਇਹ ਗੱਲ ਪ੍ਰਗਟ ਪ੍ਰਤੱਖ ਵੀ ਹੋ ਗਈ ਵੀ 9ਵੇਂ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਹੀ ਹਨ, ਪਰ ਫੇਰ ਵੀ ਮਹਾਰਾਜ ਦੇ ਨਾਲ ਇਹ ਸ਼ਰੀਕਾ ਕਰਦੇ ਹਨ। ਨਾਹਕ ਬੈਰ ਪਰਸ ਪਰ ਧਰੈ ਤੇ ਮਹਾਰਾਜ ਸਾਹਿਬ ਜੀ ਦੇ ਨਾਲ ਬਿਨਾਂ ਕਾਰਨ ਹੀ ਵੈਰ ਵਿਰੋਧ ਕਰਦੇ ਈਰਖਾ ਕਰਦੇ ਨੇ ਵੀ ਵੇਖੋ ਗੁਰੂ ਤੇਗ ਬਹਾਦਰ ਸਾਹਿਬ
ਇਹਨਾਂ ਦੀ ਈਰਖਾ ਕਰਕੇ, ਇਹਨਾਂ ਦੇ ਵੈਰ ਵਿਰੋਧ ਕਰਕੇ ਘਰ ਛੱਡ ਕੇ ਹੀ ਚੱਲ ਪਏ। ਬੜ ਖੋਟ ਦੇਤ ਦੁਖ ਭਾਰੀ, ਇਹ ਬੜ ਖੋਟ ਦੇਤ ਦੁਖ ਭਾਰੀ, ਬੜੇ ਖੋਟੇ ਨੇ ਵੀ ਇਹ ਸੋਢੀ ਇਹਨਾਂ ਦੇ ਸੇਵਕ ਮਸੰਦ ਹਰ ਇੱਕ ਨੂੰ ਦੁੱਖ ਦਿੰਦੇ ਹਨ। ਵਸਤ ਬਕਾਲੇ ਗ੍ਰਾਮ ਮਝਾਰੀ, ਕਿੰਨੇ ਸੁੱਖਾਂ ਦੇ ਨਾਲ ਬਾਬੇ ਬਕਾਲੇ ਨਗਰ 'ਚ ਸੇਵਕ ਕਹਿੰਦੇ ਵਸਦੇ ਸੀ। ਅੱਜ ਆਪਣਾ ਹੀ ਘਰ ਆਪਣਾ ਹੀ ਨਗਰ ਛੱਡ ਕੇ ਜਾਣਾ ਪਿਆ ਇਹਨਾਂ ਦੀ ਈਰਖਾ ਦੇ ਵਸ। ਹੋਏ ਬੈਰ ਕੋ ਸ਼ੋਰਨ ਕਰਿਓ, ਮਹਾਰਾਜ ਸਾਹਿਬ ਜੀ ਨੇ ਹੇਰ ਬੈਰ ਇਹਨਾਂ ਦਾ ਵੈਰ ਵਿਰੋਧ ਵੇਖ ਕੇ ਆਪਣਾ ਘਰ ਹੀ ਛੱਡ ਦਿੱਤਾ, ਆਪਣਾ ਨਗਰ ਹੀ ਤਿਆਗ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ। ਆਪਰ ਥਾਨ ਬਸ ਪੇ ਚਿਤ ਇਹ ਧਰਿਓ, ਸੇਵਕ ਮਗਰ ਉਦਾਸ ਹੋ ਕੇ ਗੱਲਾਂ ਕਰਦੇ ਜਾ ਰਹੇ ਨੇ। ਵੇਖੋ ਵੀ ਮਹਾਰਾਜ ਕਿਤੇ ਹੋਰ ਹੀ ਵਸਣਾ ਚਾਹੁੰਦੇ ਹਨ ਇੱਥੋਂ ਜਾ ਕੇ। ਕਿਸ ਕੋ ਸੁਧ ਕਿਸ ਥਲ ਚਲ ਜਾਵਾਂ, ਇਹ ਸੋਚਦੇ ਆ ਕੀ ਪਤਾ ਹੈ ਕਿਹਨੂੰ ਸੁੱਧ ਹੈ ਕਿਹਨੂੰ ਖਬਰ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਜਾਣਗੇ, ਹੁਣ ਕਿੱਥੇ ਰੁਕਣਗੇ, ਕਿੱਥੇ ਅਸੀਂ ਵਸਾਂਗੇ। ਕਹਾਂ ਥਿਰੇ ਨਿਜ ਗ੍ਰਾਮ ਬਸਾਵੈ, ਕਿੱਥੇ ਰੁਕ ਕੇ ਮਹਾਰਾਜ ਸਾਹਿਬ ਆਪਣਾ ਨਗਰ ਵਸਾਉਣਗੇ, ਕੋਈ ਆਪਣਾ ਘਰ ਬੰਨਣਗੇ ਬੈਠਣ ਵਾਸਤੇ। ਇਤਿਆਦਕ ਗਿਣਤੀ ਮਹਿਦਾਸ, ਇਸ ਤਰ੍ਹਾਂ ਜਿਹੜੇ ਦਾਸ ਮਗਰ ਮਗਰ ਆ ਰਹੇ ਨੇ ਤੇ ਬਹੁਤ ਸੋਚਾਂ ਵਿਚਾਰਾਂ ਚਿੰਤਾ ਵਿੱਚ ਕਰਦੇ ਜਾ ਰਹੇ ਹਨ। ਗਮਨੇ ਸੰਗ ਸੋਰਿ ਦੇ ਉਦਾਸ, ਮਹਾਰਾਜ ਦੇ ਨਾਲ ਹੁਣ ਗੁਰਾਂ ਦੀ ਆਗਿਆ ਹੈ ਵੀ ਜਾਣਾ ਤੇ ਪੈਣਾ ਹੀ ਹੈ, ਪਰ ਦਿਲ ਕਰਕੇ ਬੜੇ ਉਦਾਸ ਹਨ। ਸ੍ਰੀ ਗੁਰੂ ਤੇਗ ਬਹਾਦਰ ਚਲੇ, ਇਧਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਭ ਤੋਂ ਅੱਗੇ ਅੱਗੇ ਜਾ ਰਹੇ ਨੇ। ਮੱਖਣ ਸੰਗ ਸੁਭਟ ਗਨ ਭਲੇ, ਜਿਨ੍ਹਾਂ ਦੇ ਨਾਲ ਮੱਖਣ ਸ਼ਾਹ ਲਬਾਣਾ ਹੈ ਤੇ ਸ਼ਸਤਰ ਧਾਰੀ ਸੂਰਮੇ ਵੀ ਬਹੁਤ ਹਨ। ਕੁਛ ਮਾਰਗ ਉਲੰਘਤ ਪਹੁੰਚੇ, ਜਦੋਂ ਕੁਝ ਕੁਮਾਰਗ ਉਲੰਘ ਕੇ ਮਹਾਰਾਜ ਸਾਹਿਬ ਉੱਥੇ ਆਣ ਕੇ ਪਹੁੰਚ ਗਏ। ਨਦੀ ਪਿਪਾਸਾ ਚੱਲ ਜਿਸ ਥਾਈ, ਜਿੱਥੇ ਨਦੀ ਬਿਪਾਸਾ ਬਿਆਸ ਦਰਿਆ ਹੈ, ਜਿੱਥੇ ਹੁਣ ਗੁਰਦੁਆਰਾ ਸ੍ਰੀ ਅਮਾਨਤਸਰ ਸਾਹਿਬ ਬਣਿਆ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਹੁੰਚ ਗਏ। ਧਰਤੀ ਪਰ ਚੜ ਕੇ ਤਟ ਪਾਰ, ਤੇ ਗਰੀਬ ਨਵਾਜ਼ ਸਤਿਗੁਰੂ ਜੀ ਕਿਉਂਕਿ ਕੰਢਾ ਸੀ ਦਰਿਆ ਪਹਿਲਾਂ ਇੱਥੇ ਤੀਕਰ ਵਹਿੰਦਾ ਸੀ, ਫਿਰ ਉਹ ਆਪਣਾ ਥਾਂ ਬਦਲ ਕੇ ਪਰਾਂ ਨੂੰ ਚਲਾ ਗਿਆ, ਜਿੱਥੇ ਹੁਣ 9 ਮੰਜ਼ਲਾ ਅਮਾਨਤਸਰ ਸਾਹਿਬ ਗੁਰਦੁਆਰਾ ਬਣਿਆ। ਉਹਦੇ ਬਣਨ ਦੀ ਸਾਖੀ ਵੀ ਕੱਲ ਦੇ ਪ੍ਰਸੰਗ 'ਚ ਆਏਗੀ। ਉੱਥੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੰਢੇ 'ਤੇ ਖਲੋ ਗਏ ਨੇ ਤੇ ਵੇਖ ਰਹੇ ਹਨ ਵੀ ਕੋਈ ਬੇੜੀ ਆਵੇ ਜਿੱਤੇ ਚੜ ਕੇ ਅਸੀਂ ਵੀ ਪਾਰ ਹੋਈਏ, ਸਾਰਾ ਡੇਰਾ ਪਾਰ ਕੀਤਾ ਜਾਵੇ। ਚਲ ਹੈ ਬਿਮਲ ਬਹੁ ਬਾਰ, ਜਿਸ ਬਿਆਸ ਦਰਿਆ ਦੇ ਵਿੱਚ ਬਹੁਤ ਨਿਰਮਲ ਤੇ ਸਾਫ਼ ਪਾਣੀ ਚੱਲਦਾ ਨਜ਼ਰ ਆ ਰਿਹਾ ਹੈ। ਨੌਕਾ ਨਹੀਂ ਨਿਕਟ ਕੋ ਆਈ, ਉੱਥੇ ਖਲੋ ਕੇ 4 ਸਫੇਰੇ ਨਿਗਾਹ ਮਾਰੀ, ਪੱਤਣ ਵੱਲ ਝਾਕਿਆ, ਕਿਸੇ ਪਾਸੇ ਵੀ ਕੋਈ ਬੇੜੀ ਨਾ ਵੇਖੀ। ਐਮ ਬਿਲੋਕ ਠਾਂਡੇ ਜਿਸ ਥਾਈ, ਇਹ ਵੇਖ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਹੀ ਖਲੋ ਗਏ। ਉਦਾਂ ਸਤਿਗੁਰਾਂ ਅੱਗੇ ਲੰਘ ਜਾਣਾ ਸੀ, ਡੇਰਾ ਮਗਰ ਆਉਣਾ ਸੀ। ਸਾਥ ਪਾਸ਼ ਲੋ ਆਵਤ ਚੱਲ, ਏਲੇ ਨੂੰ ਪਿਛਲਾ ਜਿਹੜਾ ਸਾਥ ਸੀ ਸਹਿਜੇ ਸਹਿਜੇ ਇੱਕ ਆਇਆ ਦੂਜਾ ਆਇਆ, ਐਵੇਂ ਸਹਿਜੇ ਸਹਿਜੇ ਸਾਰੇ ਹੀ ਚੱਲ ਕੇ ਪਹੁੰਚ ਗਏ। ਕਰਤਬ ਲੋਕਨ ਖਰੇ ਕਿਰਪਾਲਾ, ਤੇ ਸਾਰੇ ਵੇਖ ਰਹੇ ਨੇ ਪਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਖਲੋਤੇ ਹੋਏ ਸਾਡੀ ਹੀ ਜਾਪਦਾ ਉਡੀਕ ਕਰ ਰਹੇ ਨੇ। ਐਵੇਂ ਬਿਆਸ ਦਰਿਆ ਦੇ ਕੰਢੇ ਤੇ ਅਮਾਨਤਸਰ ਸਾਹਿਬ ਗੁਰਦੁਆਰਾ ਜਿੱਥੇ ਹੈ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਪਹੁੰਚ ਗਏ ਨੇ। ਬਾਕੀ ਵਹੀਰ ਦੀ ਉਡੀਕ ਕਰ ਰਹੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਜਦੋਂ ਆਉਂਦਾ ਵੇਖਣਗੇ ਤੇ ਮਹਾਰਾਜ ਇੱਥੇ ਹੀ ਦਰਿਆ ਵਿੱਚ ਹੀ ਉਹ ਮਾਨਤ ਰਖਾ ਕੇ ਵੀ ਇਹ ਧੀਰ ਮਾਲੀ ਲੈ ਜਾਵੇ, ਉਹਨੂੰ ਕਹੋ। ਤੇ ਫਿਰ ਸਤਿਗੁਰੂ ਜੀ ਬਿਆਸ ਪਾਰ ਕਰਕੇ ਸਤਲੁਜ ਪਾਰ ਕਰਕੇ ਪਹਿਲਾਂ ਕੀਰਤਪੁਰ ਸਾਹਿਬ ਪਹੁੰਚੇ ਸਨ। ਫਿਰ ਜਿੱਥੇ ਆਨੰਦਪੁਰ ਸਾਹਿਬ ਵਸਾਇਆ, ਉੱਥੇ ਮਹਾਰਾਜ ਦਾ ਡੇਰਾ ਕੀਤਾ। ਇਹ ਕਥਾ ਆਪਾਂ ਆਉਣ ਵਾਲੇ ਸਮੇਂ 'ਚ ਸਰਵਣ ਕਰਾਂਗੇ। ਸਤਿਗੁਰੂ ਸਾਹਿਬ ਜੀ ਇਸ ਪ੍ਰਕਾਰ ਦੇ ਨਾਲ ਈਰਖਾਲੂਆਂ ਦੀ ਈਰਖਾ ਵੇਖ ਕੇ ਬਾਬਾ ਬਕਾਲਾ ਸਾਹਿਬ ਨਗਰੀ ਤਿਆਗ ਕਰਕੇ ਚੱਲ ਪਏ ਹਨ। ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਤੇ ਗੁਰਾਂ ਕੀ ਸੰਗਤ ਸਦਾ ਹੀ ਬਖਸ਼ਣਹਾਰ ਹੈ, ਬਖਸ਼ ਲੈਣਾ। ਨੌਕਾ ਨਹੀਂ ਨਿਕਟ ਕੋ ਆਈ, ਏਮ ਬਿਲੋਕ ਠਾਂਡੇ ਤਿਸ ਥਾਈ। ਸਾਥ ਪਾਸ਼ ਲੋ ਆਵਤ ਚੱਲ, ਕਰਤ ਬਿਲੋਕਨ ਖਰੇ ਕਿਰਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ।
रखे दीन दर्द निवार हे समराथ अगम पूरन मोहे